ਪਿਛਲੇ ਲੰਮੇ ਸਮੇਂ ਤੋਂ ਬ੍ਰੇਨ ਔਨ ਟੀਵੀ ਤੇ ਇਸ਼ਤਿਹਾਰ ਦੇਣ ਲਈ ਕਈ ਜੋਤਿਸ਼ਾਂ, ਤਾਂਤਰਿਕਾਂ ਤੇ ਪੀਰਾਂ ਦੇ ਫੋਨ ਆ ਰਹੇ ਨੇ, ਪਰ ਹਰੇਕ ਵਾਰੀ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਮਸ਼ਹੂਰੀ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਵੀ ਕੁਝ ਲੋਕ ਜ਼ੋਰ ਪਾਉਂਦੇ ਨੇ ਕਿ ਸਾਡੀ ਮਸ਼ਹੂਰੀ ਕਰੋ, ਜਿਸ ਦੇ ਸਦਕਾ ਬ੍ਰੇਨ ਔਨ ਟੀਵੀ ਦੀ ਟੀਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਵੀ ਕੋਈ ਜੋਤਸ਼ੀ, ਤਾਂਤਰਿਕ ਜਾਂ ਪੀਰ ਜੇਕਰ ਗੈਰ ਕੁਦਰਤੀ ਤਰੀਕੇ ਨਾਲ ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਨੂੰ ਬਚਾ ਲਵੇ ਜਾਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਤਾਂ ਬ੍ਰੇਨ ਔਨ ਟੀਵੀ ਵੱਲੋਂ ਉਸ ਮਹਾਨ ਵਿਅਕਤੀ ਤੇ ਅਸਲੀ ਜੋਤਸ਼ੀ, ਤਾਂਤਰਿਕ ਜਾਂ ਪੀਰ ਦੀ ਮਸ਼ਹੂਰੀ ਸਦਾ ਵਾਸਤੇ ਮੁਫਤ 'ਚ ਕੀਤੀ ਜਾਵੇਗੀ ਤੇ ਅਲੱਗ ਤੋਂ ਮੂੰਹ ਮੰਗੀ ਫੀਸ ਵੀ ਦਿੱਤੀ ਜਾਵੇਗੀ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਸਿੱਖਾਂ ਨੇ ਬੜੇ ਧਰਨੇ ਮੁਜ਼ਾਹਰੇ ਕਰ ਲਏ, ਬਰਗਾੜੀ ਵੀ ਦੇਖ ਲਿਆ, ਸਰਬੱਤ ਖਾਲਸੇ ਵੀ ਦੇਖ ਲਏ, ਪਰ ਜਿਹੜੀਆਂ ਸਮੱਸਿਆਵਾਂ ਨੇ ਜਾਂ ਮੁੱਦੇ ਨੇ ਸਿੱਖਾਂ ਦੇ ਹੱਲ ਹੋਣ ਦਾ ਨਾਮ ਨਹੀਂ ਲੈ ਰਹੇ। ਬੜੀ ਜਦੋਜਹਿਦ ਚੱਲ ਰਹੀ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਸਿੱਖਾਂ ਦਾ ਗੁਰੂ ਇੱਕ ਹੈ, ਗੁਰੂ ਗ੍ਰੰਥ ਸਾਹਿਬ ਜਿਹਨੂੰ ਅਸੀਂ ਸਾਰੇ ਗੁਰੂ ਮੰਨਦੇ ਹਾਂ, ਉਸ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਦੇ ਹੇਠ ਵੀ ਸਿੱਖ ਇਕੱਠੇ ਹੋਣ ਨੂੰ ਤਿਆਰ ਨਹੀਂ। ਲੋਕਾਂ ਲਈ ਬੜਾ ਸੌਖਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਕ੍ਰਿਟੀਸਾਈਜ਼ ਕਰਨਾ, ਅਕਾਲੀ ਦਲ ਨੂੰ ਕ੍ਰਿਟੀਸਾਈਜ਼ ਕਰਨਾ ਜਾਂ ਹੋਰ ਲੋਕਾਂ ਨੂੰ ਕ੍ਰਿਟੀਸਾਈਜ਼ ਕਰਨਾ, ਪਰ ਜਿਹੜੇ ਪੰਥਕ ਲੋਕ ਨੇ ਇਹ ਵੀ ਆਪਣੇ ਆਪ ਦੇ ਵਿੱਚ ਇਕੱਠੇ ਹੋ ਕੇ ਕੋਈ ਕਿਸੇ ਵੀ ਮੁੱਦੇ ਦੇ ਉੱਪਰ ਸਹਿਮਤ ਹੋਣ ਨੂੰ ਤਿਆਰ ਨਹੀਂ। ਔਰ ਪਤਾ ਨਹੀਂ ਕੀ ਗੱਲ ਹੈ ਕਿ ਜਿਹੜਾ ਗਰਮ ਖਿਆਲੀ ਧੜੇ ਆਪਣੇ ਆਪ 'ਚ ਬਣੇ ਫਿਰਦੇ ਨੇ, ਇਹ ਕਿੰਨੇ ਕੁ ਗਰਮ ਨੇ, ਪਤਾ ਨਹੀਂ ਕਿੰਨੇ ਕੁ ਸਾਲਾਂ ਤੋਂ ਗਰਮ ਨੇ, ਰਾਤ ਨੂੰ ਸੌਣ ਲੱਗਿਆਂ ਠੰਡੇ ਹੋ ਜਾਂਦੇ ਆ ਜਾਂ ਨਹੀਂ ਹੁੰਦੇ, ਇਹਦਾ ਵੀ ਇਹੀ ਜਵਾਬ ਦੇ ਸਕਦੇ ਨੇ, ਕਿਉਂਕਿ ਅਕਸਰ ਮੰਨਿਆ ਜਾਂਦਾ ਕਿ ਜਿਹੜੀ ਗਰਮ ਚੀਜ਼ ਹੁੰਦੀ ਹੈ ਤਾਜ਼ੀ ਹੁੰਦੀ ਹੈ। ਔਰ ਇਹ ਪਤਾ ਨਹੀਂ ਕਿੰਨੇ ਕੁ ਤਾਜ਼ੇ ਨੇ, ਕਿੰਨੇ ਕੁ ਬੇਹੇ ਨੇ, ਪਰ ਇਹ ਗਰਮ ਖਿਆਲੀ ਜਾਂ ਡੇਰੇਵਾਦ ਦੇ ਜਿਹੜੇ ਇਹਨਾਂ ਦੀ ਕਸ਼ਮਕਸ਼ ਦੇ ਵਿੱਚ ਸਿੱਖਾਂ ਦਾ, ਇਕੱਲਾ ਸਿੱਖਾਂ ਦਾ ਨਹੀਂ, ਮਨੁੱਖਤਾ ਦਾ ਨੁਕਸਾਨ ਸਿੱਖ ਕੌਮ ਜਾਣੇ ਅਣਜਾਣੇ ਕਰ ਰਹੀ ਹੈ। ਔਰ ਉਹਦੇ ਜਿਹੜੇ ਦੋਸ਼ੀ ਨੇ ਸਿੱਧੇ ਤੌਰ ਤੇ ਸਿੱਖ ਲੀਡਰਸ਼ਿਪ, ਪੰਥਕ ਆਗੂ ਜਾਂ ਹੋਰ ਜਿਹੜੇ ਜ਼ਿੰਮੇਵਾਰ ਆਪਣੇ ਆਪ ਦੇ ਵਿੱਚ ਬਣੇ ਫਿਰਦੇ ਨੇ ਉਹ ਲੋਕ ਨੇ, ਕਿਉਂਕਿ ਜਿਹੜਾ ਅਸੀਂ ਰੋਜ਼ ਅਰਦਾਸ ਦੇ ਵਿੱਚ ਮੰਗਦੇ ਹਾਂ ਸਰਬੱਤ ਦਾ ਭਲਾ, ਉਹ ਸਰਬੱਤ ਦਾ ਭਲਾ ਗੁਰੂਆਂ ਨੇ ਕਰਕੇ ਵੀ ਦਿਖਾਇਆ, ਉਹਦੇ ਪਿੱਛੇ ਸਾਰਾ ਕੁਝ ਕੁਰਬਾਨੀਆਂ ਵੀ ਕੀਤੀਆਂ, ਪਰ ਅਸੀਂ ਉਹ ਘਾਣ ਕਰ ਰਹੇ ਹਾਂ ਮਨੁੱਖਤਾ ਦਾ, ਜਾਣੇ ਤੇ ਅਣਜਾਣੇ ਦੇ ਵਿੱਚ। ਸੋ ਇਹ ਕਾਰਨ ਕੀ ਬਣ ਰਹੇ ਨੇ? ਵਾਰ-ਵਾਰ ਅਸੀਂ ਇਕੱਠੇ ਵੀ ਹੋ ਜਾਂਦੇ ਹਾਂ, ਫਿਰ ਤੀਜੇ ਦਿਨ ਲੜ ਪੈਂਦੇ ਹਾਂ। ਤੁਸੀਂ ਮੈਂ ਬੜੀ ਹੈਰਾਨੀ ਵਾਲੀ ਗੱਲ ਕਰਦਾ ਕਿ ਇਸ ਟਾਈਮ ਢੀਂਡਸਾ ਸਾਹਿਬ ਨੇ ਨਵੀਂ ਪਾਰਟੀ ਬਣਾਈ ਹੈ ਤੇ ਅਕਾਲੀ ਦਲ ਦੇ ਲੀਡਰ ਬੜਾ ਸੋਚ ਸਮਝ ਕੇ ਅਕਾਲੀ ਦਲ ਨੂੰ ਰਿਜ਼ਾਈਨ ਕਰ ਰਿਹਾ। ਇਹ ਨਹੀਂ ਵੀ ਧੜੱਲੇ ਨਾਲ ਆ ਗਏ ਨਾ, ਬੜਾ ਟਾਈਮ ਪਾ ਕੇ ਆ ਰਹੇ ਨੇ, ਪਰ ਸਿੱਖ ਜਥੇਬੰਦੀਆਂ ਜਦੋਂ ਇਕੱਠੀਆਂ ਹੁੰਦੀਆਂ ਨੇ ਤੀਜੇ ਦਿਨ ਹੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਨੇ, ਇੱਕ ਦੂਜੇ ਦੇ ਖਿਲਾਫ ਵੀ ਸਾਨੂੰ ਆਹ ਨਹੀਂ ਪਸੰਦ, ਸਾਨੂੰ ਉਹ ਨਹੀਂ ਪਸੰਦ। ਭਾਸ਼ਣ ਦੇਣ ਤੋਂ ਲੜ ਪੈਂਦੇ ਨੇ, ਕਿਸੇ ਦਾ ਇੱਕ ਸਟੇਜ ਦੇ ਉੱਪਰ ਨਾਮ ਨਹੀਂ ਬੋਲਿਆ ਜਾਂਦਾ ਉੱਥੋਂ ਹੀ ਲੜ ਪੈਂਦੇ ਨੇ। ਇਹ ਇਹਨਾਂ ਦੇ ਹਾਲਾਤ ਬਣ ਚੁੱਕੇ ਨੇ। ਉਹ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਭੌਰ ਜੀ। ਬਹੁਤ ਮਿਹਰਬਾਨੀ। ਇਹ ਭੌਰ ਸਾਹਿਬ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਹੈ, ਬੜਾ ਜਦੋਜਹਿਦ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਿੱਖ ਪੰਥ ਲਈ ਕਰਦੇ ਨੇ ਔਰ ਪੰਥਕ ਅਸੈਂਬਲੀ ਦਾ ਏਜੰਡਾ ਇਹਨਾਂ ਨੇ ਬਣਾਇਆ ਸੀ, ਬੜਾ ਵਧੀਆ ਸੀ, ਪਰ ਉਹ ਵੀ ਮੈਨੂੰ ਲੱਗਦਾ ਕਿ ਰੇਤਾ ਦੇ ਮਹਿਲ ਵਾਂਗ, ਰੇਤ ਦੇ ਮਹਿਲ ਵਾਂਗ ਉਹ ਵੀ ਬੜੀ ਜਲਦੀ ਘਿਰ ਗਿਆ। ਕੰਮ ਬੜਾ ਵਧੀਆ ਸੀ ਪਰ ਕਾਮਯਾਬੀ ਜਿਸ ਕਿਸਮ ਦੀ ਸਿੱਖਾਂ ਨੂੰ ਉਮੀਦ ਸੀ ਉਸ ਕਿਸਮ ਦੀ ਨਹੀਂ ਮਿਲੀ। ਸੋ ਭੌਰ ਸਾਹਿਬ, ਮੈਂ ਸ਼ੁਰੂਆਤ ਹੀ ਇੱਥੋਂ ਕਰਦਾ ਕਿ ਆਪਣੇ 'ਚ ਕਮੀਆਂ ਕਿੱਥੇ ਆ? ਵੀ ਤੁਸੀਂ ਸਾਰੇ ਬੰਦੇ ਇਕੱਠੇ ਵੀ ਹੋ ਜਾਂਦੇ ਆ, ਸਾਰੇ ਬੰਦਿਆਂ ਦਾ ਖਿਆਲ ਵੀ ਇੱਕੋ ਨੇ ਵੀ ਸਾਰੇ ਬੰਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਸਾਡਾ ਨਜਾਇਜ਼ ਸਿੱਖਾਂ ਨਾਲ ਹੋ ਰਹੀ ਆ, ਇਹਨਾਂ ਮੁੱਦਿਆਂ ਦੇ ਉੱਪਰ ਅਸੀਂ ਇਕੱਠੇ ਹੋ ਗਏ, ਤੀਸਰੇ ਦਿਨ ਅਸੀਂ ਫਿਰ ਲੜ ਪੈਂਦੇ ਆ ਸਾਰੇ ਸਿੱਖ। ਚੱਕਰ ਕੀ ਆ? ਦੇਖੋ, ਜਿਹੜਾ ਸਿੱਖ ਧਰਮ ਹੈ ਨਾ ਜੀ, ਇਹ ਵਿਅਕਤੀ ਮੁਖੀ ਨਹੀਂ ਜੀ। ਇਹ ਜਦੋਂ ਵਿਅਕਤੀ ਮੁਖੀ ਹੋ ਕੇ ਅਸੀਂ ਵਿਚਰਦੇ ਹਾਂ ਨਾ ਜੀ ਜੀ ਜੀ, ਉਸ ਵੇਲੇ ਵਿਅਕਤੀਆਂ ਦੀ ਖੁਸ਼ੀ ਦੇ ਲਈ ਜਦੋਂ ਧੜੇ ਜਾਂ ਕੌਮ ਦੇ ਵੱਖ-ਵੱਖ ਹਿੱਸੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਫਿਰ ਵਿਅਕਤੀਆਂ 'ਚ ਹੀ ਵੰਡ ਹੋ ਜਾਂਦੇ ਜੀ ਜੀ ਜੀ। ਇਹ ਇੱਕ ਆਈਡੀਅਲ ਸੋਚ ਹੈ ਜਿਹੜੀ ਗੁਰੂ ਸਾਹਿਬ ਵੱਲੋਂ ਸਾਨੂੰ ਦਿੱਤੀ ਗਈ ਹੈ ਜੀ, ਔਰ ਉਸ ਸੋਚ ਨੂੰ ਅਪਣਾ ਕੇ ਜਿਹੜੇ ਲੋਕ ਤੁਰਦੇ ਆ, ਦਾਅਵਾ ਤਾਂ ਅਸੀਂ ਕਰਦੇ ਹਾਂ ਵੀ ਉਸੇ ਸੋਚ ਦੇ ਧਾਰਨੀ ਹੈ ਜੀ। ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨ ਆ, ਜਿਹੜੀਆਂ ਗੁਰੂ ਸਾਹਿਬ ਨੇ ਐਸਟੈਬਲਿਸ਼ ਕੀਤੀਆਂ, ਉਹ ਵੀ ਪੰਥਕ ਆਈਡੀਓਲੋਜੀ ਨੂੰ ਇੰਪਲੀਮੈਂਟ ਕਰਨ ਦਾ ਹੀ ਜ਼ਰੀਆ ਹੈ ਜੀ, ਪਰ ਹਕੀਕਤ ਦੇ ਵਿੱਚ ਅਸੀਂ ਵਿਅਕਤੀਆਂ 'ਚ ਵੰਡੇ ਜਾਂਦੇ ਹਾਂ ਜੀ। ਹੁਣ ਤੁਸੀਂ ਢੀਂਡਸਾ ਸਾਹਿਬ ਦੀ ਗੱਲ ਕੀਤੀ, ਬਾਦਲ ਸਾਹਿਬ ਦੀ ਗੱਲ ਕੀਤੀ, ਹੋਰਨਾਂ ਦੀ ਗੱਲ ਕੀਤੀ, ਹਰ ਕੋਈ ਬੰਦਿਆਂ ਦੀਆਂ ਕਮੀਆਂ ਲੱਭ ਕੇ ਬੰਦਿਆਂ ਨੂੰ ਰਿਪਲੇਸ ਕਰਨਾ ਚਾਹੁੰਦਾ ਜੀ। ਬਿਲਕੁਲ ਸਹੀ ਗੱਲ ਹੈ। ਜਦੋਂ ਬੰਦਿਆਂ ਦੀਆਂ ਕਮੀਆਂ ਲੱਭ ਕੇ ਬੰਦਿਆਂ ਨੂੰ ਰਿਪਲੇਸ ਕਰਾਂਗੇ ਫਿਰ ਉਹ ਵਿਅਕਤੀਆਂ ਦਾ ਬਦਲ ਤਾਂ ਹੋ ਸਕਦਾ, ਬਿਲਕੁਲ, ਏਜੰਡੇ ਦਾ ਬਦਲ ਨਹੀਂ ਹੋ ਸਕਦਾ ਜੀ। ਚਾਹੀਦਾ ਇਹ ਆ ਵੀ ਜਿਹੜੀ ਆਈਡੀਓਲੋਜੀ ਸਾਨੂੰ ਗੁਰੂ ਸਾਹਿਬ ਨੇ ਦਿੱਤੀ ਆ, ਸਰਬੱਤ ਦੇ ਭਲੇ ਦੀ ਆਈਡੀਓਲੋਜੀ ਜੀ, ਉਹਦੇ ਅਨੁਸਾਰ ਹੀ ਜਿਸ ਬੰਦੇ ਨੇ ਕੰਮ ਨਹੀਂ ਕੀਤਾ ਉਹ ਬੰਦਾ ਪਿੱਛੇ ਹੋ ਜਾਵੇ ਜੀ, ਜਾਂ ਉਹਨੂੰ ਪਿੱਛੇ ਕਰ ਦਿੱਤਾ ਜਾਵੇ। ਜਿਹੜੇ ਆਉਣ ਵਾਲੇ ਆ ਉਹਦੇ ਸੰਬੰਧ ਵਿੱਚ ਆਪਣਾ ਲੋਕਾਂ ਕੋਲੋਂ ਫਤਵਾ ਲੈਣ ਜੀ, ਲੋਕਾਂ ਨੂੰ ਦੱਸਣ ਵੀ ਫਲਾਣੇ ਵਿਅਕਤੀ ਨੇ ਆਹ
ਆਈਡੀਓਲੋਜੀ ਸੀ ਸਾਡੀ, ਉਹਨੂੰ ਇੰਪਲੀਮੈਂਟ ਨਹੀਂ ਕਰ ਸਕਿਆ, ਇਸ ਲਈ ਉਹਨੂੰ ਪਾਸੇ ਕਰਕੇ ਅਸੀਂ ਆਉਣਾ ਚਾਹੁੰਦੇ ਹਾਂ। ਸਾਡਾ ਆਹ ਪ੍ਰੋਗਰਾਮ ਹੈ, ਇਹਨੂੰ ਅਡਾਪਟ ਕਰੋ, ਫਿਰ ਸ਼ਾਇਦ ਕੋਈ ਬਦਲ ਵੀ ਆ ਜਾਏ। ਨਹੀਂ, ਪਰ ਪ੍ਰੋਗਰਾਮ ਤਾਂ ਬੜੇ ਬਣੇ ਨੇ, ਬਰਗਾੜੀ ਵੀ ਹੋਏ ਸੀ, ਪੰਥ ਸਰਬੱਤ ਖਾਲਸੇ ਵੀ ਕੀਤੇ, ਔਰ ਪਤਾ ਨਹੀਂ ਅਜੀਬੋ ਗਰੀਬ ਜਿਹੇ ਫੈਸਲੇ ਲੈ ਕੇ ਮੁੜ ਕੇ ਬੜੇ ਜੋਸ਼ੋ ਖਰੋਸ਼ ਨਾਲ ਬੜੇ ਉੱਥੇ ਜਕਾਰੇ ਛੱਡੇ ਜਾਂਦੇ ਆ, ਪਰ ਉਹ ਤੋਂ ਨਤੀਜਾ ਕੁਝ ਨਹੀਂ ਨਿਕਲਦਾ। ਮਤਲਬ ਕਮੀ ਕੀ ਰਹਿੰਦੀ? ਜੋ ਆਪਾਂ ਏਜੰਡੇ ਦੀ ਗੱਲ ਕਰ ਰਹੇ ਹਾਂ, ਏਜੰਡਾ ਤਾਂ ਦਿੱਤਾ ਜਾਂਦਾ ਆ, ਫਿਰ ਉੱਥੇ ਤੁਰਦਾ ਕਿਉਂ ਨਹੀਂ? ਉਹ ਇਸ ਕਰਕੇ ਆ ਨਾ ਜੀ, ਉਹ ਏਜੰਡਾ ਕੌਮੀ ਏਜੰਡਾ ਜੇ ਤਾਂ ਹੋਵੇ, ਜੇ ਤਾਂ ਸਾਰੀ ਕੌਮ ਬਣ ਕੇ ਦੇਵੇ ਜੀ, ਫਿਰ ਤਾਂ ਉਹ ਏਜੰਡਾ ਜਿਹੜਾ ਉਹ ਇੰਪਲੀਮੈਂਟ ਵੀ ਹੋ ਸਕਦਾ, ਉਹਦੇ ਲਈ ਜਦੋਜਹਿਦ ਵੀ ਕੌਮ ਕਰ ਸਕਦੀ ਜੀ। ਅਸੀਂ ਜੇ ਸਰਬੱਤ ਖਾਲਸਾ ਕਰਦੇ ਹਾਂ, ਇੱਕ ਧੜਾ ਕਰਦਾ ਜੀ, ਇੱਕ ਵੱਖ ਧੜਾ ਕਰਦਾ, ਜਿਹੜੇ ਉਹਦੇ 'ਚ ਮਤੇ ਹੁੰਦੇ ਆ ਉਹ ਮਤੇ ਸੰਗਤ ਨਾਲ ਸਲਾਹ ਤੋਂ ਬਿਨਾਂ ਹੁੰਦੇ ਆ। ਅੱਛਾ, ਜਿਹੜੀ ਲਿਖ ਕੇ ਲੈਂਦੇ ਹੁੰਦੇ ਆ, ਜੇ ਮੋਰਚਾ ਲੱਗਦਾ ਉਹ ਵੀ ਇੱਕ ਗਰੁੱਪ ਵੱਲੋਂ ਲੱਗਦਾ, ਇੱਕ ਸੈਗਮੈਂਟ ਵੱਲੋਂ ਲੱਗਦਾ ਜੀ ਜੀ ਜੀ। ਜਦ ਕਿ ਬਰਗਾੜੀ ਮੋਰਚੇ ਦਾ ਤੁਸੀਂ ਜ਼ਿਕਰ ਕੀਤਾ, ਬਰਗਾੜੀ ਮੋਰਚਾ ਲਾਇਆ ਬੇਸ਼ੱਕ ਜਿਹੜੀਆਂ ਸੰਸਥਾਵਾਂ ਨੇ ਲਾਇਆ ਸੀ, ਜਿਹੜੇ ਵਿਅਕਤੀ ਉਹਦੇ 'ਚ ਜਾਣ ਵਾਲੇ ਸੀ ਉਹ ਉਹਨਾਂ ਬੰਦਿਆਂ ਨਾਲ ਵੀ ਸਹਿਮਤ ਨਹੀਂ ਸੀ। ਬਿਲਕੁਲ, ਪਰ ਗਏ ਸਾਰੇ ਉੱਥੇ। ਉਹ ਗਏ ਇਸ ਕਰਕੇ ਸੀ ਵੀ ਕੌਮ ਨੂੰ ਇਸ ਦੁਖਾਂਤ ਦਾ ਇਨਸਾਫ ਮਿਲਣਾ ਚਾਹੀਦਾ ਜੀ। ਤੇ ਉਹ ਜਿਹੜੇ ਪਲਾਨਰ ਹੁੰਦੇ ਆ, ਜਿਹੜੇ ਬੰਦੇ ਜਿਨ੍ਹਾਂ ਨੇ ਮੈਨੇਜ ਕਰਨਾ ਹੁੰਦਾ, ਉਹਨਾਂ ਦੀਆਂ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਹੁੰਦੀਆਂ ਜੀ ਜੀ ਜੀ। ਉਹਨਾਂ ਨੇ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਹੁੰਦਾ, ਤੇ ਉਹ ਜਿਹੜੀ ਵਿਅਕਤੀਆਂ ਦੀ ਵਿਅਕਤੀਮੁਖੀ ਚੀਜ਼ ਹੋ ਜਾਂਦੀ ਨਾ, ਜਦੋਂ ਕੋਈ ਕ੍ਰੈਡਿਟ ਵਾਰ ਸ਼ੁਰੂ ਹੋ ਜਾਂਦੀ ਹੈ ਵੀ ਇਹ ਕ੍ਰੈਡਿਟ ਕੋਈ ਹੋਰ ਨਾ ਲੈ ਜਾਏ, ਫਲਾਣੇ ਵਿਅਕਤੀ ਨੇ ਸ਼ੁਰੂ ਕੀਤਾ, ਫਲਾਣੇ ਨੂੰ ਮਿਲਣਾ ਚਾਹੀਦਾ, ਤੇ ਉੱਥੇ ਆ ਕੇ ਗੜਬੜ ਹੋ ਜਾਂਦੀ ਜੀ। ਮਤਲਬ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਕਿ ਕੌਮ ਦਾ ਜਾਂ ਸਿੱਖਾਂ ਦਾ ਆਪਣਾ ਕੋਈ ਕਸੂਰ ਨਹੀਂ ਹੈ, ਜਿਹੜੀ ਕਸੂਰਵਾਰ ਉਹ ਲੀਡਰਸ਼ਿਪ ਆ। ਹਾਂ, ਨਿਸ਼ਾਨੇ ਵਾਰ-ਵਾਰ ਧੋਖਾ ਦਾ ਲੀਡਰ ਦੇ ਰਹੇ ਆ। ਨਿਸ਼ਾਨੇ ਕੌਮੀ ਨਿਸ਼ਾਨੇ ਹੋਣੇ ਚਾਹੀਦੇ ਆ ਜੀ। ਜਦੋਂ ਨਿਸ਼ਾਨੇ ਡਾਇਲੂਟ ਹੋ ਜਾਂਦੇ ਆ ਜੀ, ਨਿਸ਼ਾਨੇ ਮਿੱਥ ਕੇ ਜਦੋਂ ਵਿਅਕਤੀਆਂ ਦੀ ਪ੍ਰਤਿਭਾ ਉਭਾਰਨ ਦੇ ਲਈ ਯਤਨ ਹੁੰਦੇ ਆ, ਫਿਰ ਉੱਥੇ ਪ੍ਰੋਬਲਮ ਆ ਜਾਂਦੀ ਜੀ ਜੀ। ਫਿਰ ਦੂਜੇ ਨਾਲ ਦੂਜਾ ਬੈਠ ਨਹੀਂ ਸਕਦਾ, ਕਿਉਂਕਿ ਹਰ ਇੱਕ ਬੰਦਾ ਚੌਧਰ ਦਾ ਭੁੱਖਾ ਜੀ। ਚੌਧਰ ਦਾ ਭੁੱਖਾ ਜਿੰਨੇ ਕੁ ਵੀ ਤੁਰੇ ਫਿਰਦੇ ਆ, ਮੈਂ ਤਾਂ ਕਈ ਵਾਰੀ ਕਹਿ ਚੁੱਕਾ, ਇਹ ਇੱਥੇ ਕੋਈ ਦੇਸ਼ ਭਗਤ ਨਹੀਂ ਹੈ ਜੀ, ਕੋਈ ਧਰਮਾਤਮਾ ਨਹੀਂ। ਜਿਹੜਾ ਸਿਆਸੀ ਖੇਤਰ ਦੇ ਵਿੱਚ ਤੁਰਿਆ ਬੰਦਾ ਜਾਂ ਲੀਡਰਸ਼ਿਪ ਦੇ ਵਿੱਚ ਤੁਰਿਆ, ਉਹਦੀ ਇੱਛਾ ਇਹੀ ਹੈ ਵੀ ਸਾਰੀ ਦੁਨੀਆ ਮੈਨੂੰ ਲੀਡਰ ਮੰਨੇ, ਬਾਕੀ ਦੂਜਿਆਂ ਨੂੰ ਨਾ ਮੰਨੇ ਜੀ। ਉੱਥੇ ਫਿਰ ਪਰਸਨੈਲਿਟੀ ਕਲੈਸ਼ ਹੁੰਦੇ। ਇਹ ਹੰਕਾਰ ਵੀ ਕਹਿ ਸਕਦੇ ਇਹਨੂੰ ਆਪਾਂ। ਹੰਕਾਰ ਵੀ ਹੈ, ਜਦ ਕਿ ਮਹਾਰਾਜ ਦਾ ਹੁਕਮ ਹੈ ਗੁਰਸਿੱਖ ਨਿਮਾਣਾ ਹੋਏ ਜੀ, ਤੇ ਜੇ ਨਿਮਰਤਾ ਹੋਵੇ ਫਿਰ ਸਾਰਾ ਕੁਝ ਪ੍ਰਾਪਤ ਕੀਤਾ ਜਾ ਸਕਦਾ। ਇਹ ਹੋ ਤਾਂ ਰਿਹਾ, ਪੰਥਕ ਸੰਸਥਾਵਾਂ ਦੀ ਭਰੋਸੇਯੋਗਤਾ ਕਮਜ਼ੋਰ ਹੋਈ ਹੈ ਪਿਛਲੇ ਸਮੇਂ ਦੇ ਵਿੱਚ। ਰਾਜਨੀਤਿਕ ਦਖਲ ਨੇ ਉਹਨਾਂ ਦੀ ਭਰੋਸੇਯੋਗਤਾ ਨੂੰ ਖਤਮ ਕਰਤਾ। ਜਿਹੜੀ ਗੱਲ ਪੰਥਕ ਇੰਸਟੀਚਿਊਸ਼ਨ ਤੋਂ ਬੈਠ ਕੇ ਪੰਥ ਕਰਦਾ ਰਿਹਾ ਜੀ, ਉਹ ਦਾਣਾ ਮੰਡੀਆਂ 'ਚ ਬੈਠ ਕੇ ਨਹੀਂ ਹੋ ਸਕਦੀ ਜੀ। ਇੰਸਟੀਚਿਊਸ਼ਨ ਦੀ ਆਪਣੀ ਕ੍ਰੈਡੀਬਿਲਿਟੀ ਹੁੰਦੀ ਹੈ, ਤੇ ਉਹ ਸੜਕਾਂ ਬਾਜ਼ਾਰਾਂ 'ਚ ਬੈਠ ਕੇ ਨਹੀਂ ਹੋ ਸਕਦੀ। ਅਪੌਰ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹੁਣ ਕਿਉਂਕਿ ਅਕਾਲ ਤਖਤ ਦਾ ਵੀ ਰੋਲ ਜਿਹੜਾ ਉਹ ਬੜਾ ਧੁੰਦਲਾ ਜਿਹਾ ਪੈ ਗਿਆ, ਔਰ ਸ਼ੱਕ ਦੇ ਘੇਰੇ 'ਚ ਜਥੇਦਾਰੀਆਂ ਆ ਗਈਆਂ ਨੇ ਵੀ ਉਹ ਫੈਸਲੇ ਪ੍ਰੋਪਰ ਸਹੀ ਤਰੀਕੇ ਨਾਲ ਨਹੀਂ ਦੇ ਰਹੇ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਦਾਣਾ ਮੰਡੀ ਦੇ ਵਿੱਚ ਬੈਠ ਕੇ ਫੈਸਲੇ ਨਹੀਂ ਹੋਣੇ ਤਾਂ ਅਕਾਲ ਤਖਤ ਦੇ ਉੱਪਰ ਹੀ ਸਿੱਖਾਂ ਦੇ ਹੋਣੇ ਆ। ਪਰ ਉੱਥੇ ਇੱਕ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਜਿਵੇਂ ਸ਼੍ਰੋਮਣੀ ਕਮੇਟੀ ਦੀ ਆਪਾਂ ਗੱਲ ਕਰਦੇ ਹਾਂ ਥੋੜਾ ਜਿਹਾ ਅੱਗੇ ਵੱਧ ਕੇ, ਵੀ ਜਿਵੇਂ ਪੰਜ ਪਿਆਰਿਆਂ ਨੇ ਅੰਮ੍ਰਿਤ ਛਕਾਇਆ ਔਰ ਪੰਜ ਪਿਆਰੇ ਹੀ ਤਲਬ ਕਰਨੇ ਪਏ। ਇਤਿਹਾਸ ਦੇ ਵਿੱਚ ਮੇਰਾ ਖਿਆਲ ਹੈ ਪਹਿਲੀ ਘਟਨਾ ਹੋਊਗੀ ਵੀ ਪੰਜ ਪਿਆਰੇ ਤਲਬ ਕਰਤੇ ਅਕਾਲ ਤਖਤ ਨੇ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਹੁਣ ਦੇਖੋ, ਇਹ ਮੈਂ ਸਮਝਦਾ ਸਮੇਂ ਦਾ ਬਹੁਤ ਵੱਡਾ ਦੁਖਾਂਤ ਹੈ ਜੀ, ਔਰ ਅਕਾਲੀ ਹੋਣ ਵਾਲਿਆਂ ਨੇ ਅਕਾਲ ਤਖਤ ਦੀ ਸੁਪਰੀਮੇਸੀ ਨੂੰ ਇੱਕ ਵਾਰੀ ਫੇਰ ਬਹੁਤ ਵੱਡਾ ਚੈਲੰਜ ਦਿੱਤਾ ਜੀ, ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਜਾਂ ਤਾਂ ਪਤਾ ਨਹੀਂ ਉਹਨਾਂ ਦੇ ਸਲਾਹਕਾਰ ਮਾੜੇ ਆ, ਜਾਂ ਉਹ ਜਾਣਬੁੱਝ ਕੇ ਅਕਾਲ ਤਖਤ ਦੀ ਸਰਵਉੱਚਤਾ ਨੂੰ ਢਾਹ ਲਾਉਣੀ ਚਾਹੁੰਦੇ ਜੀ। ਦੇਖੋ, ਇਹ ਕਨਸੈਪਟ ਆ ਸਿੱਖੀ ਦਾ ਵੀ ਜਦੋਂ ਕੋਈ ਵੱਡਾ ਫੈਸਲਾ ਹੁੰਦਾ, ਕੌਮੀ ਫੈਸਲਾ ਹੁੰਦਾ ਜੀ, ਜਾਂ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਨੇ ਕੀਤੇ ਹੋਣ, ਉਹਨਾਂ ਨੂੰ ਅਕਾਲ ਤਖਤ ਸਾਹਿਬ ਹੀ ਵਿਚਾਰ ਸਕਦਾ, ਕੋਈ ਹੋਰ ਦੂਜਾ ਨਹੀਂ ਵਿਚਾਰ ਸਕਦਾ ਜੀ। ਅੱਛਾ, ਇਹ ਇੱਕ ਜੁਗਤ ਘੜੀ ਗਈ ਵੀ ਪੰਜ ਪਿਆਰੇ ਇਕੱਠੇ ਕਰ ਲਏ, ਆਪੇ ਹੀ ਉਹਨਾਂ ਨੂੰ ਲੈ ਕੇ ਵੀ ਅੱਜ ਤਾਂ ਪੇਪਰਾਂ 'ਚ ਆਇਆ, ਕੋਈ ਲੈ ਕੇ ਵੀ ਉਹ ਇੱਕ ਵੱਡੇ ਅਕਾਲੀ ਲੀਡਰ ਦਾ ਪੀਏ ਆ, ਉਹ ਹੀ ਲੈ ਕੇ ਗਿਆ ਗੱਡੀ 'ਚ ਬਿਠਾਲ ਕੇ ਜੀ, ਤੇ ਉਹਨੇ ਹੀ ਜਾ ਕੇ ਉੱਥੇ ਪ੍ਰਬੰਧ ਕਰਾਇਆ ਪੰਜਾਂ ਪਿਆਰਿਆਂ ਦਾ, ਤੇ ਉਹ ਇੱਕ ਬੱਜਰ ਕੁਰੈਤੀਏ ਨੂੰ ਉੱਥੇ ਖਿਮਾ ਜਾਚਨਾ ਕਰਾ ਦਿੱਤੀ ਗਈ ਜੀ। ਹੁਣ ਸਵਾਲ ਤਾਂ ਇਹ ਪੈਦਾ ਹੁੰਦਾ ਵੀ ਜੇ ਪਿਛਲੇ ਸਮੇਂ 'ਚ ਵੀ ਇੱਦਾਂ ਹੁੰਦਾ ਰਿਹਾ, ਕਈ ਐਸੇ ਗੁਨਾਹਗਾਰ ਆ ਜਿਹੜੇ ਵਿਦੇਸ਼ਾਂ 'ਚ ਵੀ ਬੈਠੇ ਆ, ਤਨਖਾਹੀਏ ਇੱਥੇ ਡਿਕਲੇਅਰ ਕਰ ਦਿੱਤੇ ਗਏ ਜੀ, ਤੇ ਜਦੋਂ ਉਹਨਾਂ ਨੇ ਆਪਣੀ ਤਨਖਾਹ ਭੁਗਤਣੀ ਹੁੰਦੀ ਜਾਂ ਪੰਥ ਵਾਪਸੀ ਹੁੰਦੀ ਆ, ਬੇਸ਼ੱਕ ਕੋਈ ਕੈਨੇਡਾ 'ਚ ਬੈਠਾ ਹੋਵੇ, ਬੇਸ਼ੱਕ ਅਮਰੀਕਾ 'ਚ ਬੈਠਾ ਹੋਵੇ, ਉਹਨੂੰ ਪੇਸ਼ ਅਕਾਲ ਤਖਤ ਤੇ ਹੋਣਾ ਪੈਂਦਾ ਜੀ। ਅਕਾਲ ਤਖਤ ਤੇ ਪੇਸ਼ ਹੋ ਕੇ, ਕਿਉਂਕਿ ਅਕਾਲ ਤਖਤ ਦੀ ਸੁਪਰੀਮੇਸੀ ਇਸ ਗੱਲ ਦੀ ਆ ਵੀ ਜਿਹੜਾ ਫੈਸਲਾ ਅਕਾਲ ਤਖਤ ਨੇ ਲਿਆ ਉਹਨੂੰ ਅਕਾਲ ਤਖਤ ਹੀ ਬਦਲ ਸਕਦਾ, ਹੋਰ ਨਹੀਂ ਕੋਈ ਬਦਲ ਸਕਦਾ ਜੀ ਜੀ ਜੀ। ਇਹ ਬਹੁਤ ਵੱਡੀ ਹਿਮਾਕਤ ਕੀਤੀ, ਔਰ ਇਹਦੇ ਵਿੱਚ ਸ਼ਾਮਲ ਅਕਾਲੀ ਵੀ ਹੋਏ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਹੋਏ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਹੋਏ ਜੀ। ਇਹ
ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹੁਤ ਵੱਡਾ ਚੈਲੰਜ ਇੱਕ ਵਾਰੀ ਫੇਰ ਅਕਾਲੀਆਂ ਵੱਲੋਂ ਦਿੱਤਾ ਗਿਆ, ਜਿਹੜਾ ਪਹਿਲਾਂ ਤਾਂ ਪਿਛਲੀਆਂ ਨਹੀਂ ਧੋਤੀਆਂ ਗਈਆਂ ਅਜੇ, ਬਰਗਾੜੀ ਦੇ ਵਿੱਚ ਜੋ ਕੁਝ ਹੋਇਆ ਉਹ ਨਹੀਂ ਧੋਤਾ ਗਿਆ ਜੀ, ਜੋ ਰੋਜ਼ ਪੰਥਕ ਸੰਸਥਾਵਾਂ ਵਿੱਚ ਖੇਹ ਉੱਡ ਰਹੀ ਆ ਉਹ ਨਹੀਂ ਧੋਤੀ ਗਈ, 267 ਸਰੂਪਾਂ ਦਾ ਮਸਲਾ ਉਹ ਨਹੀਂ ਖਤਮ ਹੋਇਆ। ਜੀ ਜੀ ਜੀ, ਇਹ ਇੱਕ ਹੋਰ ਨਵਾਂ ਚੈਲੰਜ ਲਿਆ ਕੇ ਖੜਾ ਕਰ ਦਿੱਤਾ ਗਿਆ। ਜੇ ਇਸ ਤਰ੍ਹਾਂ ਪੰਜ ਪਿਆਰੇ ਫੈਸਲੇ ਕਰਨ ਲੱਗ ਪੈਣ ਅਕਾਲ ਤਖਤ ਤੋਂ ਬਾਗੀ ਹੋ ਕੇ ਜੀ, ਤੇ ਫਿਰ ਤੇ ਕੱਲ ਨੂੰ ਕੋਈ ਸੌਦੇ ਸਾਧ ਵਾਲਾ ਵੀ ਆ ਜਾਊਗਾ, ਪੰਜ ਪਿਆਰੇ ਆਪੇ ਬਣਾ ਲਊਗਾ, ਬਣਾ ਕੇ ਲਿਆ ਕੇ ਪੇਸ਼ ਹੋ ਕੇ ਉਹ ਕਲੀਅਰ ਹੋ ਜਾਊਗਾ ਜੀ। ਇਦਾਂ ਹੀ ਕੋਈ ਨਿਰੰਕਾਰੀ ਆ ਕੇ ਬਹਿ ਜਾਣਗੇ ਕਿਸੇ ਕੋਲ ਜੀ, ਇਹ ਤਾਂ ਉਸ ਸੰਸਥਾ ਨੂੰ, ਜਿਹੜੀ ਸੰਸਥਾ ਨੂੰ ਆਪਾਂ ਸੋਵਰਨ ਸੁਪਰੀਮ ਸੋਵਰਨ ਸੰਸਥਾ ਕਹਿੰਦੇ ਜੀ, ਉਹਦਾ ਬਹੁਤ ਵੱਡਾ ਅਪਮਾਨ ਹੈ, ਟਕਰਾਅ ਹੈ ਉਹਦੇ ਨਾਲ। ਪੰਜ ਪਿਆਰਿਆਂ ਨੂੰ ਤਲਬ ਕਰਨਾ ਜਾਇਜ਼ ਆ ਔਰ ਅਕਾਲ ਤਖਤ ਦੀ ਭੂਮਿਕਾ ਨੂੰ ਤੁਸੀਂ ਇਸ ਤਰੀਕੇ ਨਾਲ ਮੈਂ ਇਹ ਸਮਝਦਾ ਵੀ ਜਥੇਦਾਰ ਸਾਹਿਬ ਨੇ ਜਿਹੜਾ ਫੈਸਲਾ ਇਹ ਲਿਆ ਜੀ, ਜਿਹਦੇ ਵਿੱਚ ਦੋ ਸ਼੍ਰੋਮਣੀ ਕਮੇਟੀ, ਇੱਕ ਧਰਮ ਪ੍ਰਚਾਰ ਕਮੇਟੀ ਦਾ ਸਾਬਕਾ ਮੈਂਬਰ, ਇੱਕ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਮੈਂਬਰ, ਜੀ ਜੀ, ਉਹਨਾਂ ਨੂੰ ਤਨਖਾਹੀਏ ਡਿਕਲੇਅਰ ਕਰਨਾ ਔਰ ਪੰਜ ਪਿਆਰਿਆਂ ਨੂੰ ਤਲਬ ਕਰਨਾ, ਪੰਜ ਪਿਆਰਿਆਂ ਵੱਲੋਂ ਖਿਮਾ ਜਾਚਨਾ ਕਰਨੀ, ਜਿਹੜੇ ਪੰਜਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਸੀ ਜੀ। ਇਹ ਇੱਕ ਇਤਿਹਾਸਕ ਫੈਸਲਾ। ਇਹਦੇ 'ਚ ਜਥੇਦਾਰ ਸਾਹਿਬ ਨੇ ਆਪਣਾ ਬਣਦਾ ਰੋਲ ਅਦਾ ਕੀਤਾ। ਬੇਸ਼ੱਕ ਇਹਦੇ ਵਿੱਚ ਕੁਝ ਕਮੀਆਂ ਵੀ ਨਜ਼ਰ ਆਉਂਦੀਆਂ ਜੀ, ਕੀ ਕਮੀਆਂ ਹੋ ਸਕਦੀਆਂ? ਕਮੀਆਂ ਇਹ ਨਜ਼ਰ ਆਉਂਦੀਆਂ, ਜੇ ਅਕਾਲੀ ਬਾਗੀ ਸੀਗੇ ਤਾਂ ਜਿਹੜੇ ਪੰਜ ਪਿਆਰੇ ਉਹਨਾਂ ਨੂੰ ਸੂਝ ਹੁੰਦੀ ਹੈ ਵੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਕੀ ਹੈ ਜੀ, ਉਹਨਾਂ ਨੂੰ ਸੂਝ ਹੁੰਦੀ ਹੈ ਵੀ ਅੰਮ੍ਰਿਤ ਦੀ ਮਰਜ਼ਾਦਾ ਕੀ ਹੈ ਜੀ, ਉਹਨਾਂ ਨੇ ਜਾਣਕਾਰੀ ਹੋਣ ਦੇ ਬਾਵਜੂਦ ਇਹ ਜਿਹੜਾ ਕੰਮ ਕੀਤਾ, ਚਾਹੀਦਾ ਇਹ ਸੀ ਵੀ ਉਹਨਾਂ ਨੂੰ ਵੀ ਬਰਾਬਰ ਤਨਖਾਹ ਲੱਗਣੀ ਚਾਹੀਦੀ ਸੀ। ਜਿਨ੍ਹਾਂ ਨੇ ਕਰਵਾਇਆ ਹੈ ਪੰਜਾਂ ਜਿਹੜੇ ਅੰਮ੍ਰਿਤ ਸੰਚਾਰ ਵਿੱਚ ਸ਼ਾਮਲ ਹੋਏ ਸੀ ਪੰਜ ਪਿਆਰੇ, ਉਹਨਾਂ ਨੂੰ ਵੀ ਬਰਾਬਰ ਤਨਖਾਹ ਲੱਗਣੀ ਚਾਹੀਦੀ ਸੀ। ਜੀ ਜੀ ਜੀ, ਉਹ ਕੇਵਲ ਖਿਮਾ ਜਾਚਨਾ ਨਾਲ ਨਹੀਂ ਛੱਡੇ ਜਾ ਸਕਦੇ, ਜੀ, ਤਨਖਾਹ ਲੱਗਣ ਤੋਂ ਬਾਅਦ ਖਿਮਾ ਜਾਚਨਾ ਉਹ ਕਰਾਉਂਦੇ। ਦੂਜਾ ਇਹ ਹੈ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਮੈਨੇਜਰ ਤੇ ਹੋਰ ਅਧਿਕਾਰੀ ਉੱਥੇ ਪ੍ਰਬੰਧ ਕਰਾਉਣ ਵਿੱਚ ਲੱਗੇ ਹੋਏ ਸੀ, ਜੀ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਰੈਮੋ ਕਰਮ ਤੇ ਛੱਡ ਦਿੱਤਾ ਗਿਆ। ਜੀ। 2-3 ਤਾਂ ਸਸਪੈਂਡ ਕਰਤੇ ਲੌਂਗੋਵਾਲ ਸਾਹਿਬ ਨੇ, ਬਾਕੀਆਂ ਬਾਰੇ ਕਹਿਤਾ ਤਫਤੀਸ਼ ਕਰੋ। ਜੀ, ਤਫਤੀਸ਼ ਅਕਾਲ ਤਖਤ ਸਾਹਿਬ ਨੂੰ ਇੱਕ ਕਮੇਟੀ ਬਣਾ ਕੇ ਆਪ ਕਰਨੀ ਚਾਹੀਦੀ ਸੀ ਔਰ 1-2 ਦਿਨਾਂ 'ਚ ਉਹਨਾਂ ਨੂੰ ਵੀ ਉਸੇ ਰਸਤੇ ਨੂੰ ਲਗਾਉਣਾ ਚਾਹੀਦਾ ਸੀ ਜਿਸ ਰਸਤੇ ਦੋਨੋਂ ਮੈਂਬਰ ਤੇ ਸੁੱਚਾ ਸਿੰਘ ਲੰਘਾ ਲੰਘੇ। ਜੀ, ਔਰ ਮੈਨੂੰ ਤਾਂ ਇਹ ਵੀ ਖਬਰ ਬੜੀ ਦੁਖਦਾਈ ਮਿਲੀ ਹੈ ਜੀ, ਵੀ ਉਸ ਗੁਰੂ ਘਰ ਦੇ ਵਿੱਚ ਜਿੱਥੇ ਅੰਮ੍ਰਿਤ ਸੰਚਾਰ ਹੋਇਆ ਉੱਥੇ CCTV ਕੈਮਰੇ ਵੀ ਲੱਗੇ ਹੋਏ ਸੀ, ਉਹਨਾਂ ਦੀ ਕੋਈ ਫੁਟੇਜ ਨਹੀਂ ਮਿਲ ਰਹੀ। ਮਿਲ ਨਹੀਂ ਰਹੀ ਹੈ ਕਿ ਡਿਲੀਟ ਕਰਤੀ? ਨੈਚੁਰਲੀ ਡਿਲੀਟ ਕੀਤੀ ਤਾਂ ਹੀ ਨਹੀਂ ਮਿਲ ਰਹੀ। ਜੀ 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 ਜੀ, ਮਤਲਬ ਇਹ ਸਾਰਾ ਕੁਝ ਬੜਾ ਵੱਡਾ ਅਪਰਾਧ ਹੈ। ਇਸ ਅਪਰਾਧ ਨੂੰ ਹੁਣ ਜਿਹੜੇ ਅੱਜ ਯੋਧੇ ਦਾ ਨਾਂ ਆਇਆ, ਜਿਹੜਾ ਇੱਕ ਵੱਡੇ ਅਕਾਲੀ ਦਲ ਦਾ ਆਗੂ ਦਾ ਰਿਹਾ PA, ਤੇ ਜਿਹੜਾ ਕਹਿੰਦਾ ਵੀ ਸਾਰੇ ਪੰਥ ਦੀ ਸੋਝੀ ਮੈਨੂੰ ਹੀ ਆ, ਉਹਦਾ ਨਾਂ ਅਖਬਾਰਾਂ ਵਿੱਚ ਆ ਜਾਣਾ ਜੀ, ਤੇ ਮੈਂ ਤਾਂ ਸਮਝਦਾ ਉਹਨੂੰ ਵੀ ਤਲਬ ਕਰਨਾ ਚਾਹੀਦਾ। ਬਿਲਕੁਲ ਸਹੀ ਗੱਲ ਆ, ਉਹਨੂੰ ਵੀ ਤਲਬ ਕਰਕੇ, ਗੁਨਾਹ ਤਾਂ ਉਹਦਾ ਵੀ ਕੋਈ ਛੋਟਾ ਨਹੀਂ ਹੈ। ਜਿਹੜੀਆਂ ਤਫਤੀਸ਼ ਦੀ ਗੱਲ ਕਰਦੇ ਹੋ ਵੀ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਤਫਤੀਸ਼ ਕਰੇ, ਤੁਹਾਨੂੰ ਲੱਗਦਾ ਕਿ ਉਹਦੀ ਇਨਕੁਆਇਰੀ ਦੀ ਰਿਪੋਰਟ ਆ ਸਕਦੀ? ਕਿਉਂਕਿ ਪਿੱਛੇ ਵੀ ਕਈ ਇਨਕੁਆਇਰੀਆਂ ਸਾਲਾਂ ਬੱਧੀ ਜਿਵੇਂ CBI ਦੀ ਹੋ ਰਹੀ ਹੈ ਜਾਂ ਪੰਜਾਬ ਪੁਲਿਸ ਦੀਆਂ ਇਨਕੁਆਇਰੀਆਂ ਚੱਲੀ ਜਾਂਦੀਆਂ ਨੇ, ਸ਼੍ਰੋਮਣੀ ਕਮੇਟੀ ਦਾ ਵੀ ਉਹੀ ਹਾਲ ਆ। ਇਹ ਜਿਹੜਾ ਨਾ, ਇਹ ਐਡਾ ਵੱਡਾ ਗੁਨਾਹ ਆ ਜਿਹਦੇ 'ਚ ਦੇਖੋ ਸਵੇਰ ਨੂੰ ਇਹ ਘਟਨਾ ਘਟੀ ਹੈ ਜੀ, ਦੁਪਹਿਰੋਂ ਬਾਅਦ 2-2:30 ਵਜੇ ਜਥੇਦਾਰ ਸਾਹਿਬ ਨੇ ਆਪਣਾ ਫੈਸਲਾ ਦੇ ਦਿੱਤਾ ਸੀ। ਜੀ ਜੀ ਜੀ, ਤੇ ਜੇ ਜਥੇਦਾਰ ਸਾਹਿਬ ਚਾਹੁੰਦੇ, ਗੁਰਦਾਸਪੁਰ ਕੋ ਬਹੁਤ ਦੂਰ ਨਹੀਂ, ਅੰਮ੍ਰਿਤਸਰ ਤੋਂ 50 ਕਿਲੋਮੀਟਰ ਦਾ ਸਫ਼ਰ ਹੈ ਜੀ, ਉੱਥੇ ਖੁਦ ਵੀ ਜਾ ਸਕਦੇ ਸੀ, ਤੇ ਜੇ ਨਹੀਂ ਤਾਂ ਆਪਣੇ ਅਧਿਕਾਰਤ ਬਾਕੀ ਸਿੰਘ ਸਾਹਿਬਾਨਾਂ ਚੋਂ ਦੋ ਨੂੰ ਭੇਜ ਕੇ ਉੱਥੇ ਸਾਰੀ ਰਿਪੋਰਟ ਮੰਗਾ ਕੇ ਕੱਲ ਉਹਨਾਂ ਦਾ ਵੀ ਨਾਲੇ ਇੱਕ ਫਤੀਆ ਪੜ੍ਹ ਦੇਣਾ ਚਾਹੀਦਾ ਸੀ। ਜੀ ਜੀ ਜੀ। ਪੌਰ ਸਾਹਿਬ, ਇੱਕ ਬੜਾ ਅਹਿਮ ਸਵਾਲ ਆ ਕਿ ਸ਼੍ਰੋਮਣੀ ਕਮੇਟੀ ਜਿਵੇਂ ਇੱਕ ਮੁਕੰਮਲ ਢਾਂਚਾ ਆ, ਇਹਨੂੰ ਕੁਝ ਜਿਵੇਂ ਹਰਿਆਣਾ ਕਮੇਟੀ ਅਲੱਗ ਚਾਹੁੰਦੀ ਆ ਜਾਂ ਹੋਰ ਹਿਮਾਚਲ 'ਚ ਵੀ ਮੰਗਾਂ ਉੱਠਦੀਆਂ ਨੇ ਕਿ ਸਾਡੀਆਂ ਕਮੇਟੀਆਂ ਅਲੱਗ ਬਣਾਈਆਂ ਜਾਣ, ਤਾਂ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਜਾਂ ਭੰਗ ਕਰਨਾ, ਕੁਝ ਲੋਕ ਤਾਂ ਕਹਿ ਰਹੇ ਵੀ ਬੜਾ ਗਲਤ ਹੈ, ਸਰਕਾਰ ਦੀ ਦਖਲ ਅੰਦਾਜ਼ੀ ਹੈ। ਕੁਝ ਲੋਕ ਕਹਿ ਰਹੇ ਨੇ ਵੀ ਸਾਡੇ ਅਧਿਕਾਰਾਂ ਦਾ ਘਾਣ ਵੀ ਸ਼੍ਰੋਮਣੀ ਕਮੇਟੀ ਕਰਦੀ, ਜੇ ਅਸੀਂ ਵੱਖਰੇ ਸੂਬੇ 'ਚ ਸਾਨੂੰ ਹੱਕ ਮਿਲਣਾ ਚਾਹੀਦਾ। ਤੁਸੀਂ ਇਹਦੇ ਬਾਬਤ ਕੀ ਕਹੋਗੇ ਕਿ ਕੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਅਲੱਗ-ਅਲੱਗ ਕਮੇਟੀਆਂ ਸਟੇਟ ਵਾਈਜ਼ ਬਣਨੀਆਂ ਚਾਹੀਦੀਆਂ ਨੇ? ਦੇਖੋ, ਇਹ ਜਿਹੜਾ ਗੁਰਦੁਆਰਾ ਐਕਟ 1925 ਹੈ ਨਾ ਜੀ, ਇਹ ਅਣਵੰਡੇ ਪੰਜਾਬ ਦੇ ਵੇਲੇ ਲਾਗੂ ਹੋਇਆ 1925 'ਚ, ਮੁਲਕ 47 'ਚ ਆਜ਼ਾਦ ਹੋਇਆ। ਜੀ ਜੀ ਜੀ, ਇਹ ਪਾਕਿਸਤਾਨ ਦੇ ਗੁਰਦੁਆਰੇ ਤੇ ਇਧਰਲੇ ਗੁਰਦੁਆਰੇ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਗਵਰਨੈਂਸ ਦਿੰਦਾ ਸੀ ਇਹ ਲਾਅ ਜਿਹੜਾ। ਜੀ ਜੀ, ਪਾਰਟੀਸ਼ਨ ਤੋਂ ਬਾਅਦ ਇਹ ਐਕਟ ਜਿਹੜਾ ਪੰਜਾਬ, ਜਿਹੜਾ ਪੁਰਾਣਾ ਪੰਜਾਬ ਸੀ ਜਿਹਦੇ ਵਿੱਚ ਹਰਿਆਣੇ ਦਾ ਹਿੱਸਾ ਕਰਨਾਲ ਤੱਕ ਤੇ ਇੱਕ ਊਨਾ ਦਾ ਤਹਿਸੀਲ ਹਿਮਾਚਲ ਦੀ ਤੇ ਇੱਕ ਚੰਡੀਗੜ੍ਹ ਦੀ, ਇਹ ਜਿਹੜਾ ਏਰੀਆ ਸੀਗਾ ਇਹਨੂੰ ਆਧਾਰ ਮੰਨ ਕੇ, ਕਿਉਂਕਿ ਇਹ ਉਸ ਵੇਲੇ ਸਾਂਝੇ ਪੰਜਾਬ ਦਾ ਐਕਟ ਸੀਗਾ ਜੀ, ਇਸ ਇੰਟਰ ਸਟੇਟ ਐਕਟ ਹੋਣ ਕਰਕੇ ਹੋਮ ਮਿਨਿਸਟਰੀ ਆਫ ਇੰਡੀਆ ਦੇ ਥੱਲੇ ਚਲੇ ਗਏ ਜੀ। ਪਿਛਲੀ ਚੋਣ ਤੱਕ ਹੋਮ ਮਿਨਿਸਟਰੀ ਆਫ ਇੰਡੀਆ ਇਹ ਚੋਣਾਂ ਦਾ ਚੋਣ ਕਮਿਸ਼ਨ ਨਿਯੁਕਤ ਕਰਦੀ ਹੈ
ਉਹਦੇ ਅਧੀਨ ਹੀ ਵੋਟਾਂ ਬਣਦੀਆਂ, ਉਹਦੇ ਅਧੀਨ ਹੀ ਇਲੈਕਸ਼ਨ ਹੁੰਦੀ ਆ ਤੇ ਹੋਮ ਮਿਨਿਸਟਰੀ ਦਾ ਸਿੱਧਾ ਦਖਲ ਹੈ ਇਹਦੇ 'ਚ ਜੀ। ਹੁਣ ਪਿਛਲੇ ਸਮੇਂ 'ਚ ਕੀ ਹੋਇਆ, ਦੇਖੋ 1971 ਦੇ ਵਿੱਚ ਦਿੱਲੀ ਕਮੇਟੀ ਨੇ ਇਹ ਕਿਹਾ ਵੀ ਸਾਡਾ ਜਦੋਂ ਐਕਟ ਬਣਨਾ ਚਾਹੀਦਾ ਜੀ, ਉਹ 71 ਦੇ ਵਿੱਚ ਇੰਦਰਾ ਗਾਂਧੀ ਨੇ ਐਕਟ ਬਣਾ ਦਿੱਤਾ ਜੀ। ਉਹਨਾਂ ਦਾ ਸਟੇਟ ਐਕਟ ਬਣ ਗਿਆ, ਉਹ ਸਟੇਟ ਗਵਰਨਮੈਂਟ ਉਹਨਾਂ ਦੀ ਇਲੈਕਸ਼ਨ ਕਰਾਉਂਦੀ ਹੈ ਜੀ। ਉਹਦੇ 'ਚ ਗ੍ਰਹਿ ਮੰਤਰਾਲੇ ਦਾ ਕੋਈ ਰੋਲ ਨਹੀਂ? ਹੁਣ ਨਹੀਂ, ਗ੍ਰਹਿ ਮੰਤਰਾਲਾ ਨਿਗਰਾਨ ਹੁੰਦਾ ਹੈ, ਪਰੰਤੂ ਸਟੇਟ ਗਵਰਨਮੈਂਟ ਦੇ ਅਧਿਕਾਰ ਦੇ ਵਿੱਚ ਜੀ ਜੀ ਜੀ। ਸਟੇਟ ਗਵਰਨਮੈਂਟ ਨੇ ਹੁਣ ਤਰੀਕਾਂ ਮਿੱਥੀਆਂ ਤੇ ਉਹਨਾਂ ਦੀ ਚੋਣ ਹੋਣੀ ਹੈ। ਮਤਲਬ ਚੋਣ ਦਿੱਲੀ ਕਮੇਟੀ ਦੀ ਹਰ ਇੱਕ 5 ਸਾਲ ਬਾਅਦ ਹੁੰਦੀ ਹੈ। ਅੱਛਾ, ਇਹ ਜਿਹੜਾ ਇੰਟਰ ਸਟੇਟ ਐਕਟ ਹੈ ਜੀ, ਇਹ ਕਿਉਂਕਿ ਹੋਮ ਮਿਨਿਸਟਰੀ ਦੇ ਥੱਲੇ ਸੀ, ਪਰੰਤੂ ਇੱਕ ਹੈਗਾ ਰੀਆਰਗੇਨਾਈਜੇਸ਼ਨ ਐਕਟ 1966 ਜੀ ਜੀ ਜੀ, ਪੁਨਰਗਠਨ ਐਕਟ, ਜਿਹੜੀਆਂ ਜਦੋਂ ਸਟੇਟਸ ਵੱਖ-ਵੱਖ ਹੋਈਆਂ, ਉਹ ਹੈਗਾ 1966 ਦਾ ਪੁਨਰਗਠਨ ਐਕਟ ਹੈ ਜੀ। ਉਹਦੇ ਵਿੱਚ ਇਹ ਪ੍ਰੋਵੀਜ਼ਨ ਹੈਗੀ ਆ ਵੀ ਜੇ ਸਟੇਟਸ ਚਾਹੁਣ ਤੇ ਆਪਣੇ ਸਟੇਟ ਦੇ ਲਈ ਐਕਟ ਬਣਾ ਸਕਦੀ, ਸ਼੍ਰੋਮਣੀ ਕਮੇਟੀ ਦਾ, ਹਾਂ, ਆਪਣੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਐਕਟ ਬਣਾ ਸਕਦੀ ਜੀ। ਉਹਦੇ ਅਧੀਨ ਹੀ ਕੀ ਹੋਇਆ, ਜਦੋਂ ਹਰਿਆਣੇ ਦੇ ਵਿੱਚ ਹੁੱਡਾ ਗਵਰਨਮੈਂਟ ਸੀ, ਭੁਪਿੰਦਰ ਹੁੱਡਾ ਜੀ ਦੀ ਜੀ 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 ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਆਪਣਾ ਐਕਟ ਬਣਾ ਕੇ, ਜਿਹੜਾ ਉਹਨਾਂ ਨੇ ਮੈਨੀਫੈਸਟੋ ਵਿੱਚ ਲਿਖਿਆ ਸੀ ਜੀ, ਉੱਥੇ ਦੇ ਸਿੱਖਾਂ ਦੇ ਲਈ ਕਮੇਟੀ ਦਾ ਉਹ ਬਣਾ ਦਿੱਤਾ, ਐਕਟ ਬਣਾ ਦਿੱਤਾ ਵੀ ਚੋਣ ਇਹਦੀ ਇਸ ਤਰ੍ਹਾਂ ਹੋਣੀ। ਉਹ ਐਕਟ ਚੈਲੰਜ ਵੀ ਹੋ ਗਿਆ ਜੀ, ਉਹ ਐਕਟ ਸੁਪਰੀਮ ਕੋਰਟ ਤੱਕ ਚਲੇ ਗਏ, ਉਹਦੀ ਚੈਲੰਜ ਕੀਤਾ ਸੀ। ਜਿਹੜਾ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਹੈ ਸਟੇਟਸ ਕੋ ਦੀ। ਸਟੇਟਸ ਕੋ ਦਾ ਮਤਲਬ ਵੀ ਜਿਹਦੇ ਕੋਲ ਹਰਿਆਣਾ ਕਮੇਟੀ ਬਣ ਗਈ ਉਸ ਐਕਟ ਥੱਲੇ, ਹਰਿਆਣੇ ਦੇ ਥੱਲੇ, ਵੀ ਜਿਹੜੇ ਗੁਰਦੁਆਰੇ ਇਹਨਾਂ ਕੋਲ ਉਹ ਚਲਾਈ ਜਾਓ, ਜਿਹੜੇ ਸ਼੍ਰੋਮਣੀ ਕਮੇਟੀ ਕੋਲ ਉਹ ਚਲਾਈ ਜਾਓ। ਅਜੇ ਤੱਕ ਉਹਦਾ ਕੋਈ ਫੈਸਲਾ ਨਹੀਂ ਹੋਇਆ। ਠੀਕ ਹੈ ਜੀ। ਮਤਲਬ ਇਹ ਆ ਜਿਹੜਾ ਪ੍ਰੈਰੋਗੇਟਿਵ ਸੀ ਉਹ ਹਰਿਆਣਾ ਗਵਰਨਮੈਂਟ ਦਾ ਸੀ ਜੀ, ਲੀਗਲੀ ਉਹ ਇੰਟਾਈਟਲਡ ਸੀਗੇ, ਉਹਨਾਂ ਨੇ ਬਣਾ ਲਿਆ, ਬਣਾ ਕੇ ਕਰ ਦਿੱਤਾ। ਸਟੇਟ ਐਕਟ ਦਾ ਇੱਕ ਫਾਇਦਾ ਹੁੰਦਾ ਵੀ ਸਟੇਟ ਐਕਟ ਜਿਹੜਾ ਨਾ, ਇੱਕ ਤਾਂ ਸਟੇਟ ਦੇ ਵਿਦਿਨ ਕੰਟਰੋਲ ਹੁੰਦਾ ਜੀ, ਮੁੱਖ ਮੰਤਰੀ ਦੇ ਅਧੀਨ ਹੀ ਹੁੰਦਾ ਸਾਰਾ, ਹੋਮ ਮਿਨਿਸਟਰੀ ਦੇ ਥੱਲੇ ਹੁੰਦਾ ਜੀ। ਦੂਜਾ ਇਹ ਆ ਵੀ ਸਟੇਟ ਐਕਟ ਜਿਹੜਾ ਇੰਟਰ ਸਟੇਟ ਦੇ ਵਿੱਚ ਤਿੰਨਾਂ ਸਟੇਟਾਂ ਦੀ ਮਰਜ਼ੀ ਲੈਣੀ ਪੈਂਦੀ ਹੈ ਚੋਣ ਕਰਾਉਣ ਤੋਂ ਪਹਿਲਾਂ। ਠੀਕ ਹੈ ਜੀ। ਕੋਈ ਇੱਧਰ ਉੱਧਰ ਕਰ ਦਵੇ ਮਾੜਾ ਮੋਟਾ ਤੇ ਉਹ ਫਿਰ ਚੋਣ ਡਿਲੇ ਹੁੰਦੀਆਂ ਨੇ ਜੀ ਜੀ। ਜੇ ਸਟੇਟ ਐਕਟ ਹੋਵੇ ਤਾਂ 5 ਸਾਲ ਬਾਅਦ ਚੋਣ ਹੋ ਸਕਦੀ ਜੀ ਜੀ ਜੀ। ਤੇ ਜੇ ਹਰਿਆਣੇ ਦਾ ਸਟੇਟ ਐਕਟ ਉਹਨਾਂ ਨੇ ਮੰਨ ਲਿਆ ਤੇ ਫਿਰ ਪੰਜਾਬ ਦਾ ਵੀ ਸਟੇਟ ਐਕਟ ਬਣ ਜਾਣਾ ਜੀ, ਨੈਚੁਰਲੀ ਬਣ ਜਾਣਾ। ਜੇ ਹਰਿਆਣੇ ਵਾਲੇ ਬਣਾ ਸਕਦੇ, ਪੰਜਾਬ ਵੀ ਬਣਾ ਸਕਦਾ। ਇਹਦਾ ਸਿੱਖਾਂ ਨੂੰ ਫਾਇਦਾ ਹੋਏਗਾ ਵੀ ਅਲੱਗ-ਅਲੱਗ, ਜਿਵੇਂ ਪੰਜਾਬ ਦੀ ਕਮੇਟੀ ਅਲੱਗ ਬਣੀ ਰਹੇ, ਹਰਿਆਣੇ ਦੀ ਅਲੱਗ, ਕੋਈ ਇਹਦਾ ਇਹਦੇ ਨਾਲ ਇੱਕ ਤਾਂ ਇਹ ਵੀ ਸੈਂਟਰ ਦਾ ਦਖਲ ਬੰਦ ਹੋ ਜਾਊਗਾ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਸੈਂਟਰ ਦਾ ਦਖਲ ਬੰਦ ਹੋ ਜਾਊਗਾ ਜੀ, ਸਟੇਟ ਦਾ ਦਖਲ ਹੋ ਜਾਊਗਾ। ਸਟੇਟ ਵਾਲੇ ਬੰਦਿਆਂ ਨੇ ਰੋਜ਼ ਮੱਥੇ ਵੀ ਲੱਗਣਾ ਹੁੰਦਾ ਜਨਤਾ ਦੇ। ਉਹ ਇੱਕ ਤਾਂ 5 ਸਾਲ ਬਾਅਦ ਇਲੈਕਸ਼ਨ ਮੇਰੇ ਖਿਆਲ ਆਰਾਮ ਨਾਲ ਹੋ ਸਕਦੀ। ਹਾਂਜੀ ਹਾਂਜੀ ਹਾਂਜੀ। ਤੇ ਇਹਦੇ 'ਚ ਕੋਈ ਬਹੁਤਾ ਨੁਕਸਾਨ ਵਾਲੀ ਗੱਲ ਨਹੀਂ ਹੋਣੀ। ਤੇ ਕੋਈ ਜੇ ਹਰਿਆਣੇ ਦਾ ਅਪਰੂਵ ਹੋ ਗਿਆ ਤੇ ਨਾਲੇ ਵੀ ਹੋ ਸਕਦਾ। ਇੱਕ ਭੌਰ ਸਾਹਿਬ ਹੋਰ ਬੜਾ ਅਹਿਮ ਸਵਾਲ ਆ, ਜਿਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ, ਦਿੱਲੀ ਕਮੇਟੀ ਦੇ ਵਿੱਚ ਇਸ ਟਾਈਮ ਚੋਣਾਂ ਦਾ ਬੜਾ ਮਾਹੌਲ ਗਰਮਾਇਆ ਹੋਇਆ, ਤਾਂ ਜਿਹੜੇ ਅਕਸਰ ਇਲਜ਼ਾਮ ਲੱਗਦੇ ਆ ਕਿ ਨਸ਼ਾ ਵੀ ਵੰਡਿਆ ਜਾਂਦਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ, ਬਹੁਤ ਕੁਝ ਜਿਵੇਂ ਇੱਕ ਪਰੰਪਰਾਗਤ ਦੂਜੀਆਂ ਪਾਰਟੀਆਂ ਕਰਦੀਆਂ ਤੇ ਉਵੇਂ ਸ਼੍ਰੋਮਣੀ ਕਮੇਟੀ ਵੀ ਕਰਦੀ ਆ। ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਚੰਗੇ ਕੈਂਡੀਡੇਟ ਲਿਆਉਣ ਲਈ ਜਾਂ ਇੱਕ ਪਾਰਦਰਸ਼ਤਾ ਬਣਾਈ ਰੱਖਣ ਲਈ ਕੀ ਹੋ ਸਕਦਾ, ਕਿਉਂਕਿ ਤੁਹਾਡਾ ਬੜਾ ਤਜਰਬਾ ਸ਼੍ਰੋਮਣੀ ਕਮੇਟੀ ਨਾਲ, ਕਿਵੇਂ ਚੰਗੇ ਕੈਂਡੀਡੇਟ ਕਿਵੇਂ ਉਭਾਰੇ ਜਾਣ? ਦੇਖੋ, ਮੈਂ ਨਾ ਦੋ ਤਰੀਕੇ ਸਮਝਦਾ, ਇੱਕ ਕਾਨੂੰਨੀ ਤਰੀਕਾ, ਇੱਕ ਧਾਰਮਿਕ ਤਰੀਕਾ ਜੀ। ਕਾਨੂੰਨੀ ਤਰੀਕੇ ਨਾਲ ਤਾਂ ਇਹ ਹੈ, ਦੇਖੋ ਦਿੱਲੀ ਦੇ ਸਿੱਖਾਂ ਨੇ ਬੜੀ ਵੱਡੀ ਜੰਗ ਲੜਨ ਤੋਂ ਬਾਅਦ ਉਹ 1971 ਦਾ ਐਕਟ ਪਾਸ ਕਰਾਇਆ ਸੀ। ਠੀਕ ਹੈ ਜੀ। ਔਰ ਉਹਦੇ ਵਿੱਚ ਇਹ ਲਾਜ਼ਮੀ ਆ ਵੀ ਜਿਹੜੇ ਵਿਅਕਤੀ ਨੇ ਵੋਟਰ ਬਣਨਾ ਉਹਦਾ ਫੋਟੋ ਆਈਡੀ ਵਾਲਾ ਸ਼ਨਾਖਤੀ ਕਾਰਡ ਬਣਦਾ। ਠੀਕ ਹੈ ਜੀ। ਔਰ ਜਿਹੜੀਆਂ ਵੋਟ ਅਮਲਾ ਘਰ ਜਾ ਕੇ ਸ਼ਨਾਖਤ ਕਰਕੇ ਵੋਟ ਬਣਾਉਂਦਾ। ਹਾਂਜੀ ਹਾਂਜੀ। ਪੰਜਾਬ ਦੇ ਵਿੱਚ ਉਹ ਹੈ ਨਹੀਂ। ਪੰਜਾਬ ਦੇ ਵਿੱਚ ਤਾਂ ਅਕਾਲੀ ਲੀਡਰ ਢਾਬਿਆਂ ਤੇ ਬਹਿ ਕੇ ਵੋਟਰ ਲਿਸਟਾਂ ਸਾਹਮਣੇ ਰੱਖ ਕੇ ਵੋਟਾਂ ਬਣਾਉਂਦੇ ਜੀ, ਕੋਈ ਪੁੱਛਣ ਦੱਸਣ ਵਾਲਾ ਨਹੀਂ। ਇੱਕ ਤਾਂ ਇਹ ਆ ਵੀ ਪੰਜਾਬ ਦੇ ਵਿੱਚ ਚੋਣ ਸੁਧਾਰਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਜਦੋਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਬਣੇ, ਸੰਬੰਧਿਤ ਧਿਰਾਂ ਸਾਰੀਆਂ ਜਾਣ, ਅਸੀਂ ਵੀ ਮਿਲਾਂਗੇ, ਉਹਨਾਂ ਨੂੰ ਕਹਿਣਾ ਚਾਹੀਦਾ ਵੀ ਭਾਈ ਜੇ ਦਿੱਲੀ ਦੇ ਵਿੱਚ ਵੋਟਰ ਆਈਡੀ ਕਾਰਡ ਬਣ ਸਕਦੇ ਆ ਤੇ ਪੰਜਾਬ 'ਚ ਕਿਉਂ ਨਹੀਂ ਬਣ ਸਕਦੇ? ਪੰਜਾਬ ਦੇ ਵਿੱਚ ਵੀ ਬਣ। ਇਕੱਲੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਆਈਡੀ ਕਾਰਡ ਬਣਨ ਉਹ ਇਸ ਕਰਕੇ ਜ਼ਰੂਰੀ ਆ ਵੀ ਸਹਿਜਧਾਰੀਆਂ ਨੂੰ ਡੀਬਾਰ ਕੀਤਾ ਹੋਇਆ ਜੀ, ਕੋਈ ਸਿੱਖਾਂ ਦੇ ਭੁਲੇਖੇ ਦੇ ਵਿੱਚ ਕੋਈ ਗੈਰ ਸਿੱਖ ਨਾ ਵੋਟ ਬਣਾ ਲੇ। ਠੀਕ ਹੈ ਜੀ। ਮਤਲਬ ਉਹਦਾ ਇਹ ਹੈ, ਇੱਕ ਜਿਹੜਾ ਵੋਟਰ ਕਾਰਡ ਹੁੰਦਾ, ਵੋਟਰ ਕਾਰਡ ਦੇ ਉੱਤੇ ਲਿਖਿਆ ਹੁੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਜੀ। ਇਹਦੀ ਸ਼ਨਾਖਤ ਵੀ ਜਿਹੜੀ ਆ ਚੋਣ ਅਮਲਾ ਕਰੇ ਜੀ, ਵਿਅਕਤੀ ਆਪੇ ਹੀ ਨਾ ਕਰਨ ਵੀ ਭਰ ਦਿੱਤੀਆਂ ਤੇ ਮੰਨੀ ਜਾਣਾ ਸਿਰਸੇ ਵਾਲੇ ਨੂੰ ਤੇ ਵੋਟਾਂ ਸ਼੍ਰੋਮਣੀ ਕਮੇਟੀ 'ਚ ਪਾਉਣੀਆਂ। ਇੱਕ ਤਾਂ ਉਹ ਵੀ ਬੰਦ ਹੋ ਸਕਦਾ ਜੀ। ਦੂਜਾ ਹੈਗਾ, ਇੱਕ ਤਾਂ ਇਹ ਦੋ ਗੱਲਾਂ ਇਹ ਹੋ ਗਈਆਂ ਆਇਡੈਂਟੀ ਕਾਰਡ ਵਾਲੀਆਂ, ਹੈ ਨਾ। ਇੱਕ ਹੋ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਣ ਵਾਲਿਆਂ ਦੀ ਹੀ ਵੋਟ ਬਣੇ, ਇਹ ਚੋਣ ਕਮਿਸ਼ਨ ਨਿਯਤ ਕਰੇ।
ਅੱਛਾ, ਤੀਜੀ ਗੱਲ ਕੀ ਹੈ ਵੀ ਚੋਣ ਅਮਲਾ ਖੁਦ ਜਾ ਕੇ ਘਰਾਂ ਦੇ ਵਿੱਚ ਵੋਟਾਂ ਬਣਾਵੇ, ਜਿਹਦਾ ਪਾਰਲੀਮੈਂਟ ਤੇ ਅਸੈਂਬਲੀ ਦੀਆਂ ਬਣਾਉਂਦਾ। ਕੋਈ ਇਹ ਨਾ ਹੋਵੇ ਵੀ ਥੱਬਾ ਭਰ ਕੇ ਲਿਆਵੇ ਜੀ। ਤੇ ਜੇ ਨਹੀਂ ਪ੍ਰਬੰਧ ਕਰ ਸਕਦਾ ਚੋਣ ਕਮਿਸ਼ਨ ਤੇ ਫਿਰ ਉੱਥੇ ਕੋਈ ਆਫਿਸ ਬਣਾਏ ਜਾਣ ਜੀ। ਉਹਨਾਂ ਆਫਿਸ ਦੇ ਵਿੱਚ ਪਰਿਵਾਰ ਭਾਵੇਂ ਆ ਜਾਵੇ ਜਾਂ ਇਕੱਲਾ ਵਿਅਕਤੀ ਆ ਜਾਵੇ, ਉਹ ਉੱਥੇ ਜਾਵੇ ਤੇ ਇਕੱਲਾ ਆਪਣੀ ਵੋਟ ਦਾ ਫਾਰਮ ਆਪ ਜਾ ਕੇ ਦੇ ਕੇ ਆਵੇ ਜੀ, ਤਾਂ ਕਿ ਇਨਫਿਲਟ੍ਰੇਸ਼ਨ ਜਿਹੜੀ ਆ ਉਹ ਖਤਮ ਹੋ ਜਾਵੇ ਜੀ। ਅੱਛਾ, ਹੁਣ ਦੂਜਾ ਤਰੀਕਾ ਧਾਰਮਿਕ ਕਿਹੜਾ ਹੈ? ਜਦੋਂ ਇਹ ਸਾਰਾ ਪ੍ਰੋਸੈਸ ਹੋ ਜਾਵੇ ਫਿਰ ਜੇ ਤਾਂ ਸਾਰੀਆਂ ਧਿਰਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਫੈਸਲਾ ਲੈ ਲੈਣ, ਕੋਈ ਸਾਂਝੀ ਕਮੇਟੀ ਬਣਾ ਲੈਣ ਜੀ, ਸਾਂਝੀ ਕਮੇਟੀ ਬਣਾ ਲੈਣ ਜਾਂ ਜਥੇਦਾਰ ਸਾਹਿਬਾਨ ਦੀ ਬਣਾ ਲੈਣ ਜਾਂ ਕੌਮੀ ਤੌਰ ਤੇ ਕੋਈ 5-7 ਬੰਦਿਆਂ ਦੀ ਕਮੇਟੀ ਬਣਾ ਲੈਣ ਜੀ। ਹਰ ਪਾਰਟੀ ਆਪਣੇ ਉਮੀਦਵਾਰਾਂ ਦੀ ਲਿਸਟ ਅਕਾਲ ਤਖਤ ਸਾਹਿਬ ਤੇ ਜਾਂ ਉਸ ਕਮੇਟੀ ਦੇ ਕੋਲ ਦਵੇ ਜੀ। ਔਰ ਉਹ ਬਾਰੀ-ਬਾਰੀ ਸਾਰਿਆਂ ਨੂੰ 2-4 ਮਹੀਨੇ ਪਹਿਲਾਂ ਸ਼ੁਰੂ ਕਰ ਦੇਣ। ਬਾਰੀ-ਬਾਰੀ ਜਿਹੜੇ ਬੰਦੇ ਚੋਣ ਲੜਨ ਦੇ ਚਾਹਵਾਨ ਹੈ ਉਹਨਾਂ ਨੂੰ ਸਮੇਤ ਪਰਿਵਾਰ ਉਸ ਕਮੇਟੀ ਦੇ ਸਾਹਮਣੇ ਜਾਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਵੇ ਜੀ। ਉਹਨਾਂ ਦੇ ਕਾਊਂਟਰ ਚੈੱਕ ਦੇ ਲਈ ਅਕਾਲ ਤਖਤ ਸਾਹਿਬ ਜਾਂ ਉਹ ਕਮੇਟੀ ਇਹ ਚੈੱਕ ਕਰੇ ਵੀ ਉਹਨਾਂ ਦੀ ਪੰਥ ਪ੍ਰਤੀ ਪ੍ਰਤੀਬੱਧਤਾ ਕੀ ਹੈ, ਉਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੈਗਾ ਕਿ ਨਹੀਂ ਹੈਗਾ, ਸਿੱਖੀ ਪ੍ਰਤੀ ਉਹਨਾਂ ਦੀ ਸੋਚ ਕੀ ਹੈ। ਫਿਰ ਉਹਨਾਂ ਨੂੰ ਉੱਥੋਂ ਜਿਵੇਂ ਆਪਾਂ ਯੂਨੀਵਰਸਿਟੀਆਂ ਦੇ ਵਿੱਚ NOC ਮਿਲਦੀ ਆ, ਉਹ NOC ਜਾਰੀ ਕਰ ਦੇਣ ਜੀ। ਤੇ ਪਾਰਟੀਆਂ ਦੀ ਡਿਊਟੀ ਇਹ ਆ ਵੀ ਜਿਸ ਬੰਦੇ ਨੂੰ ਉਸ ਸਰਵਉੱਚ ਸੰਸਥਾ ਤੋਂ NOC ਮਿਲੇ ਉਹਨੂੰ ਹੀ ਉਮੀਦਵਾਰ ਬਣਾਉਣ, ਦੂਜੇ ਨੂੰ ਨਾ। ਜੀ ਜੀ ਜੀ। ਇਕਬਾਲ ਸਾਹਿਬ, ਸ਼੍ਰੋਮਣੀ ਕਮੇਟੀ ਦੇ ਢਾਂਚੇ ਦੀ ਆਪਾਂ ਗੱਲ ਕਰਦੇ ਆ ਤਾਂ ਕਈ ਕਮੀਆਂ ਨੇ। ਤਕਰੀਬਨ ਸ਼੍ਰੋਮਣੀ ਕਮੇਟੀ ਕ੍ਰਿਟਿਸਿਜ਼ਮ ਦੇ ਘੇਰੇ ਦੇ ਵਿੱਚ ਬੜੀ ਬੁਰੀ ਤਰੀਕੇ ਨਾਲ ਫਸੀ ਹੋਈ ਆ। ਇਹ ਕਮੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਵਿੱਚ ਆ ਜਾਂ ਇਹਦਾ ਕੋਈ ਜਿਹੜਾ ਢਾਂਚਾ ਆ ਮੁਕੰਮਲ ਜਿਵੇਂ ਕਾਨੂੰਨ ਜਾਂ ਐਕਟ ਦੇ ਵਿੱਚ ਹੀ ਕਮੀਆਂ ਨੇ? ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਆ? ਦੇਖੋ, ਮੈਨੂੰ ਇਦਾਂ ਲੱਗਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਹੁੰਦੇ ਆ ਨਾ ਜੀ, ਉਹ ਕੌਣ ਹੁੰਦੇ ਆ? ਜਨਰਲ ਹਾਊਸ ਹੁੰਦਾ 185 ਬੰਦਿਆਂ ਦਾ ਜੀ ਜੀ। 5 ਜਥੇਦਾਰ ਵਿੱਚ ਉਹਦੇ ਹੁੰਦੇ ਆ ਮੈਂਬਰ, ਪਰ ਉਹ ਵੋਟ ਪਾਉਣ ਦਾ ਅਧਿਕਾਰ ਨਹੀਂ ਰੱਖਦੇ ਜੀ। 170 ਇਲੈਕਟਿਡ ਮੈਂਬਰ ਹੁੰਦੇ ਆ, 15 ਕੋਆਪਰੇਟ ਹੁੰਦੇ ਆ ਜਿਹੜੇ ਡਿਫਰੈਂਟ ਸਟੇਟਸ ਚੋਂ ਆਉਂਦੇ। ਇਹ ਜਿਹੜੇ 185 ਬੰਦੇ ਆ ਇਹ ਸਰਬਸੰਮਤੀ ਦੇ ਨਾਲ ਇੱਕ ਰੈਜ਼ੋਲੂਸ਼ਨ ਕਰਦੇ ਆ ਜੀ ਵੀ 11 ਮੈਂਬਰਾਂ ਦੀ ਚੋਣ ਕਰਦੇ ਜੀ, ਐਗਜ਼ੈਕਟਿਵ ਦੇ ਮੈਂਬਰਾਂ ਦੀ, 4 ਅਹੁਦੇਦਾਰਾਂ ਦੀ ਚੋਣ ਕਰਦੇ ਜੀ। ਪਰੰਤੂ ਇਹ ਜਿਹੜੇ 15 ਹੀ ਮੁੱਖ ਪ੍ਰਬੰਧਕ ਹੁੰਦੇ ਆ ਜਿਨ੍ਹਾਂ ਦੇ ਕੋਲ ਜਨਰਲ ਹਾਊਸ ਦੀਆਂ ਪਾਵਰਾਂ ਹੁੰਦੀਆਂ ਜੀ ਪ੍ਰਬੰਧ ਚਲਾਉਣ ਦੇ ਲਈ, ਉਹਨਾਂ ਦੀ ਮਿਆਦ 1 ਸਾਲ ਹੁੰਦੀ ਜੀ। ਸਾਲ ਬਾਅਦ ਫਿਰ ਐਗਜ਼ੈਕਟਿਵ ਦੀ ਔਰ ਆਫਿਸ ਬੀਰਰ ਦੀ ਚੋਣ ਹੁੰਦੀ ਜੀ। ਤੇ ਏਡੇ ਵੱਡੇ ਪ੍ਰਬੰਧ ਨੂੰ ਚਲਾਉਣ ਦੇ ਲਈ ਇਹ 1 ਸਾਲ ਦਾ ਸਮਾਂ ਮੈਂ ਸਮਝਦਾ ਬਹੁਤ ਘੱਟ ਹੈ। ਠੀਕ ਹੈ ਜੀ। ਇਹਦੇ 'ਚ ਕੋਈ ਲੌਂਗ ਟਰਮ, ਨਾ ਤਾਂ ਐਜੂਕੇਸ਼ਨ ਦੀ ਲੌਂਗ ਟਰਮ ਪਲੈਨਿੰਗ ਹੋ ਸਕਦੀ ਹੈ, ਨਾ ਪ੍ਰਬੰਧ ਦੀ ਲੌਂਗ ਟਰਮ ਪਲੈਨਿੰਗ ਹੁੰਦੀ ਹੈ ਜੀ। ਜੇ ਕੋਈ ਪ੍ਰਧਾਨ ਬਣਦਾ 2 ਮਹੀਨੇ ਤਾਂ ਉਹਨੂੰ ਪਹਿਲਾਂ ਪਤਾ ਹੀ ਨਹੀਂ ਲੱਗਦਾ ਕੁਝ ਵੀ, ਫਿਰ ਜਦੋਂ ਸਾਲ ਮੁੱਕਣ ਵਾਲਾ ਹੁੰਦਾ 2 ਮਹੀਨੇ ਹੋਰ ਢਿੱਲਾ ਹੋ ਜਾਂਦਾ ਉਹ। ਇਹ ਪ੍ਰਬੰਧ ਠੀਕ ਨਹੀਂ ਹੈ। ਹੁਣ ਇਹਦੀ ਕੋਸ਼ਿਸ਼ ਚਾਹੀਦੀ ਹੈ ਕਰਨੀ ਇਹ ਇਲੈਕਸ਼ਨ ਸੁਧਾਰਾਂ ਦੇ ਵਿੱਚ, ਜੇ 5 ਸਾਲ ਨਹੀਂ ਤਾਂ ਘੱਟੋ ਘੱਟ 2.5 ਸਾਲ ਤਾਂ ਮਿਆਦ ਹੋਵੇ ਪ੍ਰਧਾਨ ਦੀ ਜੀ। ਅਹੁਦੇਦਾਰਾਂ ਦੀ ਮਿਆਦ 2.5 ਸਾਲ ਤਾਂ ਹੋਵੇ ਨਾ ਜੀ, ਤਾਂ ਕਿ ਉਹ ਪਤਾ ਤਾਂ ਲੱਗ ਜਾਏ ਨਾ ਵੀ ਉਹਨਾਂ ਦੇ ਜੇ ਕੋਈ ਕਰ ਸਕਦੇ ਆ ਕਿ ਨਹੀਂ ਕਰ ਸਕਦੇ, ਤੇ ਉਹਨਾਂ ਨੂੰ ਟਰਮ ਵਧਾਉਣੀ ਚਾਹੀਦੀ ਆ ਜ਼ਰੂਰ ਜੀ। ਦਿੱਲੀ ਕਮੇਟੀ ਨੇ ਵੀ ਵਧਾ ਲਈ, ਜੇ 5 ਸਾਲ ਨਹੀਂ 3 ਸਾਲ ਕਰ ਦੇਣ, 2.5 ਸਾਲ ਕਰ ਦੇਣ। ਸਾਲ ਮਿਆਦ ਬੜੀ ਥੋੜੀ ਹੈ, ਇਹਦੇ 'ਚ ਕੋਈ ਮਤਲਬ ਵੱਡੇ ਲੰਬੇ ਫੈਸਲੇ ਨਹੀਂ ਲਏ ਜਾ ਸਕਦੇ ਜੀ ਜੀ ਜੀ। ਮਤਲਬ ਢਾਂਚੇ ਦੇ ਵਿੱਚ ਤੁਸੀਂ ਇਸ ਕਿਸਮ ਦੀਆਂ ਟੈਕਨੀਕਲ ਜਿਹੜੀਆਂ ਗਲਤੀਆਂ ਮੰਨਦੇ ਇਹ ਐਕਟ ਦੇ ਵਿੱਚ ਤਰਮੀਮ ਹੋ ਸਕਦੀ ਹੈ ਜੀ ਜੀ ਜੀ, ਪਾਰਲੀਮੈਂਟ ਕਰ ਸਕਦੀ ਜੀ। ਹਾਂਜੀ ਭੌਰ ਸਾਹਿਬ, ਇੱਕ ਬੜਾ ਅਹਿਮ ਮਸਲਾ ਆ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਸ਼੍ਰੋਮਣੀ ਕਮੇਟੀ ਦੇ ਵਿੱਚੋਂ 267 ਸਰੂਪਾਂ ਦਾ ਗਾਇਬ ਹੋ ਜਾਣਾ, ਔਰ ਭਾਈ ਰਣਜੀਤ ਸਿੰਘ ਨੇ ਤਾਂ ਬੜੇ ਗੰਭੀਰ ਐਲੀਗੇਸ਼ਨ ਲਾ ਦਿੱਤੇ ਆ ਕਿ ਉਹ ਛਪਾਈ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਤੇ ਵਾਪਸ ਉੱਥੇ ਰੱਖ ਦੇਣਗੇ ਤਾਂ ਕਿ ਇੱਕ ਜਿਹੜੀ ਕਲੈਰੀਕਲ ਮਿਸਟੇਕ ਇਹ ਦੱਸਦੇ ਸੀ ਉਹ ਕਹਿ ਦੇਣਗੇ ਵੀ ਅਸੀਂ ਤਾਂ ਪੂਰੇ ਕਰਤੇ। ਤਾਂ ਤੁਸੀਂ ਮੇਰੇ ਹਿਸਾਬ ਨਾਲ ਉਦੋਂ ਸ਼੍ਰੋਮਣੀ ਕਮੇਟੀ ਦੇ ਵਿੱਚ ਬਤੌਰ ਜਨਰਲ ਸਕੱਤਰ ਸੇਵਾ ਨਿਭਾ ਰਹੇ ਸੀ, ਤਾਂ ਉਸ ਦੌਰਾਨ ਹੋਇਆ ਕੀ ਸੀ? ਇਹ ਸਰੂਪ ਕਿੱਥੇ ਗਏ ਹੋ ਸਕਦੇ ਆ? ਜਾਂ ਜਿਹੜਾ ਹੁਣ ਭਾਈ ਰਣਜੀਤ ਸਿੰਘ ਜੀ ਨੇ ਐਲੀਗੇਸ਼ਨ ਲਾਇਆ ਕਿ ਇਹ ਇਸ ਕਿਸਮ ਨਾਲ ਸੰਭਾਵਨਾ ਤੁਹਾਨੂੰ ਲੱਗਦੀ ਹੈ ਵੀ ਇਸ ਤਰੀਕੇ ਨਾਲ ਜਿਹੜਾ ਛਪਾਈ ਕਰਕੇ ਤੇ ਗੁਰੂ ਸਾਹਿਬ ਦੇ ਸਰੂਪ ਨੇ ਪੂਰੇ ਕੀਤੇ ਜਾ ਸਕਦੇ ਆ? ਦੇਖੋ, ਜਦੋਂ ਇਹ ਘਟਨਾ ਘਟੀ ਹੈ ਨਾ ਜੀ, ਮੈਂ ਬਰਗਾੜੀ ਕਾਂਡ ਦੇ ਰੋਸ ਵਜੋਂ 15 ਅਕਤੂਬਰ ਦੇ ਵਿੱਚ ਅਸਤੀਫਾ ਦੇ ਦਿੱਤਾ ਸੀ। ਠੀਕ ਹੈ ਜੀ। ਤੇ ਉਸ ਵੇਲੇ ਮੈਂ ਵਿਰੋਧੀ ਧਿਰ ਦੇ ਤੌਰ ਤੇ ਸੁਪਰੀਮ ਕੋਰਟ ਦੇ ਇੱਕ ਹੁਕਮ ਨਾਲ ਹੀ ਆਪਣੀ ਸੇਵਾ ਨਿਭਾ ਰਿਹਾ ਸੀ ਸ਼੍ਰੋਮਣੀ ਕਮੇਟੀ 'ਚ। ਠੀਕ ਹੈ ਜੀ। ਜਿਸ ਦਿਨ ਅਸੀਂ ਗਏ ਆ, ਮੀਟਿੰਗ ਸੀ ਸਾਡੀ ਅੰਤਰਿਮ ਕਮੇਟੀ ਦੀ, ਜਿਸ ਦਿਨ ਇਹ ਘਟਨਾ ਹੋਈ ਜੀ, ਸਵੇਰੇ ਅੱਗ ਲੱਗੀ, ਅਗਨ ਭੇਟ ਹੋ ਗਿਆ ਸਰੂਪ, ਕੁਝ ਬੁਝਾਉਂਦਿਆਂ ਦੇ ਪਾਣੀ ਨਾਲ ਨੁਕਸਾਨੇ ਗਏ ਜੀ। ਸਾਡੀ ਮੀਟਿੰਗ ਸੀ ਤੇ ਅਸੀਂ ਦੁਪਹਿਰ ਨੂੰ ਪਹੁੰਚੇ ਆ, ਦੁਪਹਿਰ ਨੂੰ ਜਾ ਕੇ ਮੌਕਾ ਜਦੋਂ ਦੇਖਿਆ ਤੇ ਉਸ ਵੇਲੇ ਬਿਲਕੁਲ ਸਾਰੀ ਸਾਫ਼ ਸਫਾਈ ਕੀਤੀ ਹੋਈ ਸੀ। ਠੀਕ ਹੈ ਜੀ। ਉੱਥੇ
ਕੁਝ ਸਰੂਪ ਨੁਕਸਾਨੇ ਹੋਏ, ਪਲੰਘ ਤੇ ਰੱਖ ਕੇ ਚਿੱਟੇ ਕੱਪੜੇ ਵਿਛਾ ਕੇ ਢਕੇ ਹੋਏ ਸੀ ਜੀ, ਤੇ ਕੁਝ ਜਿਹੜੇ ਭੇਜੇ ਸੀ ਉਹ ਵੀ ਰੱਖੇ ਹੋਏ ਸੀ। ਉਹ ਕੋਈ ਰਾਤ ਨੂੰ ਨਹੀਂ ਕੋਈ ਲੈ ਕੇ ਗਿਆ, ਇਹ ਦਿਨ ਦੀ ਗੱਲ ਦੱਸਦਾ ਮੈਂ। ਜਿਸ ਦਿਨ ਇਹ ਸਵੇਰੇ ਤੜਕੇ ਘਟਨਾ ਹੋਈ, ਅਸੀਂ ਦੁਪਹਿਰੇ 12-1 ਵਜੇ ਪਹੁੰਚ ਗਏ ਸੀ, 12 ਵਜੇ। ਠੀਕ ਹੈ ਜੀ। ਤੇ ਸਾਰਾ ਕੁਝ ਅਸੀਂ ਹਾਲਾਤ ਦੇਖੇ, ਉੱਪਰਲੇ ਥੱਲੇ ਦੇ ਸਾਰੇ ਜਾ ਕੇ ਦੇਖਣ ਤੋਂ ਬਾਅਦ। ਤੁਸੀਂ ਕੌਣ ਸੀ ਜਿਨ੍ਹਾਂ ਨੇ ਦੇਖੇ ਹਾਲਾਤ? ਮੈਂ ਸੀ, ਮੱਕੜ ਸਾਹਿਬ ਸੀਗੇ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਘੂਜੀਤ ਸਿੰਘ ਵਿਰਕ ਸੀ, ਜੂਨੀਅਰ ਵਾਈਸ ਪ੍ਰੈਜ਼ੀਡੈਂਟ ਕੇਵਲ ਸਿੰਘ ਬਾਦਲ ਸੀ ਜੀ, ਰਜਿੰਦਰ ਸਿੰਘ ਮਹਿਤਾ ਸੀ, ਡਾਕਟਰ ਰੂਪ ਸਿੰਘ ਸੀ ਜੀ, ਬਲਵਿੰਦਰ ਸਿੰਘ ਜੌੜਾ ਸੀ ਜੀ। ਅਸੀਂ ਇਹ ਸਾਰਿਆਂ ਨੇ ਜਾ ਕੇ ਦੇਖੇ ਤੇ ਅਸੀਂ ਕੁਝ ਹੋਰ ਵੀ ਘਾਟਾਂ ਮਹਿਸੂਸ ਕੀਤੀਆਂ। ਠੀਕ ਹੈ ਜੀ। ਅਸੀਂ ਉਹ ਇੱਕ ਰਿਪੋਰਟ ਸਾਨੂੰ ਕਿਹਾ ਸੀ ਬਣਾਉਣ ਲਈ ਵੀ ਤੁਸੀਂ ਇਹ ਤਾਂ ਅਗਨ ਭੇਟ ਹੋ ਗਏ ਸ਼ਾਰਟ ਸਰਕਟ ਨਾਲ। ਉਹਦੀ ਕੋਈ ਇਨਕੁਆਇਰੀ ਕਮੇਟੀ ਨਹੀਂ ਸੀ ਸਾਡੀ ਬਣਾਈ। ਠੀਕ ਹੈ ਜੀ। ਇਨਕੁਆਇਰੀ ਕਮੇਟੀ ਹੁੰਦੀ ਆ ਵੀ ਘਟਨਾ ਦੀ ਜਾਂਚ ਕਰੋ ਵੀ ਇਹ ਕਿਉਂ ਅੱਗ ਲੱਗੀ ਹੈ। ਜੀ ਜੀ ਜੀ। ਉਹ ਮੰਨ ਚੁੱਕੇ ਸੀ ਪਹਿਲਾਂ ਹੀ ਸਾਰੇ ਵੀ ਇਹ ਜਿਹੜੀ ਆ ਜੀ ਇਹ ਘਟਨਾ ਤੇ ਸ਼ਾਰਟ ਸਰਕਟ ਨਾਲ ਹੋਈ ਹੈ। ਠੀਕ ਹੈ ਜੀ। ਤੇ ਸਾਡੀ ਕਮੇਟੀ ਜਦੋਂ ਅਸੀਂ ਕੁਝ ਨੁਕਸ ਕੱਢੇ ਵਿੱਚ ਤੇ ਉਹ ਇਸ ਕਰਕੇ ਸੀਗੀ ਵੀ ਤੁਸੀਂ ਸੁਝਾਅ ਦਿਓ ਅੱਗੇ ਤੋਂ ਇਹ ਘਟਨਾਵਾਂ ਨਾ ਹੋ। ਇਹ ਤੁਹਾਨੂੰ ਕਿਹਨਾਂ ਨੇ ਕਿਹਾ ਸੀ ਸੁਝਾਅ ਦਿਓ? ਮੱਕੜ ਸਾਹਿਬ ਨੇ। ਅੱਛਾ ਜੀ, ਅਵਤਾਰ ਸਿੰਘ ਮੱਕੜ। ਹਾਂਜੀ, ਅਸੀਂ ਫਿਰ ਉਹ ਮੱਕੜ ਸਾਹਿਬ ਆ ਗਏ, ਅਸੀਂ 3-4 ਘੰਟੇ ਲਾ ਕੇ ਸਾਰਿਆਂ ਨੇ ਬੈਠ ਕੇ ਉਸੇ ਦਿਨ ਰਿਪੋਰਟ ਤਿਆਰ। ਤੁਸੀਂ ਉਹੀ ਬੰਦੇ ਸੀ ਤੁਹਾਡੇ ਨਾਲ? ਉਹੀ ਬੰਦੇ ਜੀ। ਅਸੀਂ ਫਿਰ ਰਿਪੋਰਟ ਤਿਆਰ ਕਰਕੇ ਦੇਤੀ। ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਵੀ ਚਲੋ ਮਹਾਰਾਜ ਦੇ ਸਰੂਪ ਤੱਕ ਕਿਵੇਂ ਨੁਕਸਾਨੇ ਗਏ, ਕਿੰਨੇ ਨੁਕਸਾਨੇ ਗਏ, ਕਿੱਥੇ ਨਹੀਂ ਗਏ, ਜੁਦਾ ਵਿਸ਼ਾ ਜੀ। ਜਿਹੜੇ ਸਾਡੇ ਕੋਲੋਂ ਸੁਝਾਅ ਲਏ ਸੀ ਉਹਨਾਂ ਚੋਂ ਇੱਕ ਤੇ ਵੀ ਅਮਲ ਅੱਜ ਤੱਕ ਨਹੀਂ ਹੋਇਆ। ਸੁਝਾਅ ਕੀ ਸੀ ਦਿੱਤੇ ਵੇਲਾ? ਸਾਡਾ ਸੁਝਾਅ ਇਹ ਸੀ ਵੀ ਇੱਥੇ ਇਮੀਡੀਏਟ ਸਮੋਕ ਸੈਂਸਰ ਜੀ ਤੇ ਫਾਇਰ ਸੈਂਸਰ ਲਾਏ ਜਾਣ, ਮਕੈਨੀਕਲ ਵੈਂਟੀਲੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਜੀ, ਔਰ ਇੱਥੋਂ ਜਿਹੜੇ ਹੈਗੇ ਆ ਸਰੂਪ ਜਿਹੜੇ ਦੂਜੇ ਬਿਰਧ ਸਰੂਪ ਆ ਉੱਥੋਂ ਬਾਹਰ ਕਿਤੇ ਹੋਰ ਜਗ੍ਹਾ ਲੈ ਜਾਓ ਜੀ। ਇੱਥੇ ਸਿਰਫ ਨਵੇਂ ਸਰੂਪ ਚਾਹੀਦੇ ਆ। ਜਿਹੜਾ ਗੁਰਮਤਿ ਲਿਟਰੇਚਰ ਉੱਥੇ ਛਪਦਾ ਸੀ ਕਿ ਅਸੀਂ ਇਹਨੂੰ ਇਮੀਡੀਏਟ ਬਾਹਰ ਕੱਢੋ ਜੀ। ਅਸੀਂ ਇਹ ਕਿਹਾ ਸੀ ਵੀ 3 ਸਿਕਿਉਰਿਟੀ ਗਾਰਡ ਰੱਖੋ 8-8 ਘੰਟੇ ਦੀ ਡਿਊਟੀ ਦੇ ਉੱਤੇ, ਜਿਨ੍ਹਾਂ ਨੂੰ ਪੂਰੀ ਟ੍ਰੇਨਿੰਗ ਹੋਵੇ, ਜੇ ਕੋਈ ਨਿੱਕੀ ਗੱਲ ਹੋਵੇ ਤਾਂ ਜ਼ਿੰਮੇਵਾਰੀ ਨਾਲ 24 ਘੰਟੇ ਪਹਿਰਾ ਦੇਣ ਜੀ। ਬਾਈਂਡਿੰਗ ਦੀਆਂ ਪ੍ਰੋਬਲਮ ਸੀ, ਅਸੀਂ ਉਹਦੇ ਲਈ ਸੁਝਾਅ ਦਿੱਤੇ ਸੀ। ਅਸੀਂ ਇਹ ਵੀ ਕਿਹਾ ਸੀ ਵੀ ਜੇ ਉਹਨਾਂ ਦੀ ਕੋਈ ਸਮੱਸਿਆ ਹੈ ਤਾਂ ਉਹਨਾਂ ਕੋਲ ਲਿਖਤੀ ਤੌਰ ਤੇ ਸਪਸ਼ਟੀਕਰਨ ਪਹਿਲਾਂ ਲਓ ਵੀ ਇਹ ਕਮੀਆਂ ਕਿਉਂ ਹੈ ਤੇ ਉਹਨਾਂ ਕੋਲੋਂ ਹੀ ਸੁਝਾਅ ਲਓ। ਇਹਨਾਂ ਕਿੰਨਾ ਕੋਲੋਂ? ਬਾਈਂਡਰਸ ਤੋਂ। ਠੀਕ ਹੈ ਜੀ। ਵੀ ਉਹਨਾਂ ਦਾ ਸੁਧਾਰ ਕੀ ਹੋ ਸਕਦੇ ਇਹ ਉਹਨਾਂ ਤੋਂ ਲਓ ਜੀ। ਫਿਰ ਅਸੀਂ ਕਿਹਾ ਸੀ ਵੀ 3 ਇੱਥੇ ਪੱਕੇ ਸੇਵਾਦਾਰ ਰੱਖੋ। ਸੇਵਾਦਾਰ ਮਤਲਬ ਇਦਾਂ ਨਹੀਂ ਵੀ ਝਾੜੂ ਪੋਚਾ ਕਰਨ ਵਾਲੇ, ਉਹ ਸੇਵਾਦਾਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲੇ ਹੋਣ ਜੀ। ਉਹ 8-8 ਘੰਟੇ ਦੇ ਵਿੱਚ ਪੂਰੀ ਸਫਾਈ ਦਾ ਧਿਆਨ ਰੱਖਣ ਜੀ। ਕਿਉਂਕਿ ਪਹਿਲਾਂ ਕੱਲਾ ਅੰਗ ਛਪਦਾ, ਫਿਰ ਉਹਨੂੰ ਉਹ ਸਾਰੇ ਵਿਧੀ ਮੁਤਾਬਕ ਉਹਦੀ ਕਰਕੇ ਪ੍ਰੂਫ ਰੀਡਿੰਗ ਕਰਨ ਤੋਂ ਬਾਅਦ ਬਾਈਂਡਰਸ ਕੋਲ ਜਾਂਦਾ, ਬਾਈਂਡਰਸ ਤੋਂ ਬਾਅਦ ਕੰਪਾਈਲ ਹੁੰਦਾ ਜੀ। ਉਹ ਸਾਰਾ ਸੀਗਾ। ਫਿਰ ਅਸੀਂ ਉੱਥੇ ਇੱਕ ਇਹ ਕਮੀ ਮਹਿਸੂਸ ਕੀਤੀ ਸੀ, ਜਿਹੜਾ ਪਬਲੀਕੇਸ਼ਨ ਦਾ ਇੰਚਾਰਜ ਹੁੰਦਾ ਮੀਤ ਸਕੱਤਰ ਜੀ, ਉਹ ਕਈ ਵਾਰੀ ਆ ਕੇ ਤੇਜਾ ਸਿੰਘ ਸਮੁੰਦਰੀ ਹਾਲੀ ਬੈਠਾ ਰਹਿੰਦਾ ਸੀ। ਅਸੀਂ ਕਿਹਾ ਵੀ ਪੱਕੇ ਤੌਰ ਤੇ ਇਹਦੀ ਡਿਊਟੀ ਲਾਓ ਵੀ ਇੱਥੇ ਹੀ ਰਹੇ ਜੀ। ਤੇ ਨਵੀਂ ਬਿਲਡਿੰਗ ਦੇ ਲਈ ਅਸੀਂ ਕਿਹਾ ਸੀ ਵੀ ਨਵੀਂ ਬਿਲਡਿੰਗ ਇਮੀਡੀਏਟ ਬਣਾਓ ਜਿਹਦੇ 'ਚ ਇਹ ਸਾਰੇ ਸਿਸਟਮ ਪਹਿਲਾਂ ਹੋਣ ਜੀ। ਉਹ ਬਿਲਡਿੰਗ ਤਾਂ ਬਣ ਰਹੀ ਹੈ ਜੀ। ਬਾਕੀ ਕਿਸੇ ਮਦ ਦੇ ਉੱਤੇ ਅੱਜ ਤੱਕ ਕੋਈ ਅਮਲ ਨਹੀਂ ਹੋਇਆ। ਔਰ ਤੁਸੀਂ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਮਹਾਰਾਜ ਦੇ ਸਰੂਪ ਹੋਣ ਉੱਥੇ ਇੱਕ ਸਮੋਕ ਸੈਂਸਰ ਨਹੀਂ ਲਾ ਸਕਦੇ। ਔਰ ਇਹ ਜਿਹੜੀ ਅੱਗ ਬੁਝਾਉਣ ਵਾਲੀਆਂ ਗੱਡੀਆਂ ਆਈਆਂ ਸੀ ਇਹ ਸ਼੍ਰੋਮਣੀ ਕਮੇਟੀ ਦੀਆਂ ਆਪਣੀਆਂ ਸੀ ਜਾਂ ਇਹ ਵੀ ਸਰਕਾਰੀ ਸੀ? ਇਹ ਤਾਂ ਦੇਖੋ ਸਾਡੇ ਜਾਂਦਿਆਂ ਨੂੰ ਤਾਂ ਸਾਰਾ ਕੁਝ ਚਲੇ ਗਿਆ ਸੀ ਜੀ। ਪਰ ਇਹ ਹੈਗੀਆਂ ਤਾਂ ਸਰਕਾਰੀ ਸੀ, ਕਾਰਪੋਰੇਸ਼ਨ ਦੀਆਂ ਸੀ। ਜੀ ਜੀ ਜੀ। ਆਪਣੀਆਂ ਗੱਡੀਆਂ ਵੀ ਨਹੀਂ ਹੈਗੀਆਂ ਇਹਨਾਂ ਕੋਲ? ਇਹਨਾਂ ਕੋਲ ਹੈ ਨਹੀਂ ਸੀ। ਫਾਇਰ ਐਕਸਟਿੰਗੁਇਸ਼ਰਸ ਹੁੰਦੇ ਆ ਜੀ, ਉਹ ਬਹੁਤਾ ਕੰਮ ਤਾਂ ਕਰਦੇ ਨਹੀਂ, ਉਹ ਜਿਹੜੇ ਸਿਲੰਡਰ ਦੇ ਅੰਦਰ ਰੱਖੇ ਹੁੰਦੇ। ਜੀ ਜੀ ਜੀ। ਜਿਹੜਾ ਹੁਣ ਭਾਈ ਰਣਜੀਤ ਸਿੰਘ ਜੀ ਨੇ ਐਲੀਗੇਸ਼ਨ ਲਾਇਆ ਕਿ ਛਪਾਈ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੇ ਕੀਤੇ ਜਾਣਗੇ, ਤਾਂ ਇਹ ਸੰਭਵ ਹੈ ਇਸ ਕਿਸਮ ਦੀ ਗੱਲ ਵੀ? ਦੇਖੋ ਮੈਨੂੰ ਇਦਾਂ ਲੱਗਦਾ ਵੀ ਇੱਕ ਤਾਂ ਸਾਰਾ ਰਿਕਾਰਡ ਸੀਲ ਹੋ ਚੁੱਕਾ ਜੀ, ਲੈਜ਼ਰਾਂ ਸਾਰਾ ਕੁਝ ਸੀਲ ਹੋ ਗਿਆ। ਜੋ ਰਿਪੋਰਟਾਂ ਉਹਨਾਂ ਨੇ ਬਣਾਈਆਂ, ਮਹਿਤਾ ਸਾਹਿਬ ਦੀ ਸਟੇਟਮੈਂਟ ਸੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਅਧਿਕਾਰਤ ਸਟੇਟਮੈਂਟ ਜੀ ਵੀ 14 ਸਰੂਪ ਨੁਕਸਾਨੇ ਗਏ ਆ। ਜੇ ਉਹਨਾਂ ਦੇ 14 ਵੀ ਮੰਨ ਲਈਏ 253 ਤਾਂ ਘਟਦੇ ਆ ਜੀ। ਘਟਦੇ ਸਰੂਪਾਂ ਦੇ ਪੈਸੇ ਜਮ੍ਹਾਂ ਹੋ ਚੁੱਕੇ ਆ ਜੀ, ਹਾਂਜੀ। ਤੇ ਜਿਹੜਾ ਲੈਜ਼ਰਾਂ ਦੇ ਵਿੱਚ ਐਂਟਰੀਆਂ ਹੋ ਚੁੱਕੀਆਂ ਵੀ ਇੰਨੇ ਸਰੂਪ ਘਟਦੇ ਆ ਜੀ, ਕਿੱਥੇ ਤਬਦੀਲੀ ਕਰ ਸਕਦੇ ਜੀ? ਮੇਰਾ ਖਿਆਲ ਨਹੀਂ ਇਹਦੇ 'ਚ ਹੋ ਨਹੀਂ ਸਕਣਾ ਕੁਝ ਵੀ, ਹੈ ਨਾ। ਪਰ ਸਿੰਘ ਸਾਹਿਬ ਦਾ ਤਜਰਬਾ ਜ਼ਿਆਦਾ ਆ, ਉਹ ਇਹਨਾਂ ਨੂੰ ਮੇਰੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਆ। ਹਾਂਜੀ, ਹੋ ਸਕਦਾ ਉਹਨਾਂ ਕੋਲ ਕੋਈ ਜਾਣਕਾਰੀ ਹੋਵੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੀ। ਮੈਂ ਸਮਝਦਾ ਵੀ ਮੇਰੇ ਹਿਸਾਬ ਨਾਲ ਇਹ ਹੋ ਨਹੀਂ ਸਕਦਾ। ਜਿਹੜੇ 267 ਸਰੂਪ 14 ਤਾਂ ਚਲੋ ਅਗਨ ਭੇਟ ਹੋ ਗਏ ਇਲੈਕਟ੍ਰਿਕ ਸ਼ਾਰਟ ਦੇ ਨਾਲ, ਜਿਹੜੇ ਬਾਕੀ 253 ਬਚੇ ਜਾ ਕਿੱਥੇ ਸਕਦੇ ਆ? ਕਲੈਰੀਕਲ ਮਿਸਟੇਕ ਸੀ ਜਾਂ ਕੋਈ ਮਿੱਥ ਕੇ ਕੀਤਾ ਗਿਆ, ਕੋਈ ਕਾਰਾ ਆ? ਦੇਖੋ ਦੋ ਗੱਲਾਂ ਨੇ ਜੀ, ਇਹ ਤਾਂ ਜਾਂ ਤਾਂ ਕਿਸੇ ਵੱਡੇ ਲੀਡਰਾਂ ਦੇ ਕਹਿਣ ਦੇ ਉੱਤੇ ਕਿਸੇ ਨੂੰ ਦੇ ਦਿੱਤੇ ਜੀ,
ਜਿਹੜਾ ਜਮ੍ਹਾਂ ਖਰਚ ਨਹੀਂ ਹੋਇਆ। ਦੇਣ ਦਾ ਮਕਸਦ ਕੀ ਹੋ ਸਕਦਾ ਹੈ? ਜਦੋਂ ਡਿਮਾਂਡ ਆਉਂਦੀ ਆ ਵੀ ਕਿਸੇ ਨੇ ਡਿਮਾਂਡ ਕੀਤੀ ਵੀ ਸਾਨੂੰ ਇੰਨੇ ਸਰੂਪ ਚਾਹੀਦੇ ਆ, ਉਹ ਰਿਕਾਰਡ ਦੇ ਵਿੱਚ ਵੀ ਤਾਂ ਪਾਏ ਜਾ ਸਕਦੇ ਸੀ। ਮੈਂ ਦੱਸਦਾ ਉਹਦਾ ਵਿਧੀ ਵਿਧਾਨ ਹੁੰਦਾ ਜੀ। ਉਹਦਾ ਵਿਧੀ ਵਿਧਾਨ ਇਹ ਹੁੰਦਾ ਵੀ ਜਦੋਂ ਡਿਮਾਂਡ ਆਉਂਦੀ ਆ ਤੇ ਪ੍ਰਚਾਰਕਾਂ ਦੀ ਇੱਕ ਟੀਮ ਜਾ ਕੇ ਮਰਜ਼ਾਦਾ ਦੇਖਦੀ ਹੈ ਜੀ। ਮਰਜ਼ਾਦਾ ਤੇ ਰਿਪੋਰਟ ਕਰਨ ਤੋਂ ਬਾਅਦ ਹਲਕੇ ਦਾ ਮੈਂਬਰ ਉਹਨੂੰ ਤਸਦੀਕ ਕਰਦਾ, ਫਿਰ ਉਹ ਸੈਕਟਰੀ ਕੋਲ ਜਾਂਦੀ ਆ, ਫਿਰ ਪਬਲੀਕੇਸ਼ਨ ਜਾਂਦੀ ਆ, ਫਿਰ ਉਹ ਭੇਟਾ ਲੈ ਕੇ ਸਰੂਪ ਦਿੱਤੇ ਜਾਂਦੇ ਜੀ। ਕਈ ਵਾਰੀ ਲੀਡਰਾਂ ਦੇ ਕਈ ਚਹੇਤੇ ਇਦਾਂ ਦੇ ਹੁੰਦੇ ਆ ਜਿਹੜੇ ਇਸ ਸਿਸਟਮ 'ਚ ਪੈਣਾ ਨਹੀਂ ਚਾਹੁੰਦੇ, ਸਾਰੇ ਸਿਸਟਮ ਨੂੰ ਬਾਈਪਾਸ ਕਰ ਜਾਂਦੇ ਜੀ। ਹੋ ਸਕਦਾ ਕਿਸੇ ਵੱਡੇ ਲੀਡਰ ਨੇ ਟੈਲੀਫੋਨ ਕੀਤਾ ਹੋਇਆ, ਬਾਬਾ ਜੀ ਆ ਰਹੇ, ਇਹਨਾਂ ਨੂੰ ਇੰਨੇ ਸਰੂਪ ਦੇ ਦਿਓ ਜੀ, ਤੇ ਉਹ ਜਮ੍ਹਾਂ ਖਰਚ ਨਹੀਂ ਹੋ ਸਕੇ। ਇਦਾਂ ਵੀ ਹੋ ਸਕਦਾ, ਇੱਕ ਆਪਸ਼ਨ ਤਾਂ ਇਹ ਹੈ ਜੀ। ਦੂਜੀ ਇਹ ਆ ਜਾਣ ਬੁੱਝ ਕੇ ਉੱਥੇ ਵਿਅਕਤੀਆਂ ਨੇ ਕਿਸੇ ਨੂੰ ਦੇ ਦਿੱਤੇ, ਪੈਸੇ ਜੇਬ 'ਚ ਪਾ ਲਿਆ, ਪੈਸੇ ਜਮ੍ਹਾਂ ਨਹੀਂ ਕਰਾਏ ਜੀ, ਤੇ ਉਹ ਜਮ੍ਹਾਂ ਖਰਚ ਨਹੀਂ ਹੋ ਸਕਦਾ ਜੀ। ਇਹ ਦੋਨੇ ਆਪਸ਼ਨਸ ਹੋ ਸਕਦੇ। ਜਿਹੜਾ ਜਿਵੇਂ ਕਹਿੰਦੇ ਗੱਡੀਆਂ ਦੇ ਲੱਦ ਕੇ ਲੈ ਕੇ ਗਏ ਸਰੂਪ, ਤਾਂ ਇਹਦੇ ਪਿੱਛੇ ਤੁਹਾਨੂੰ ਕੀ ਗੱਡੀਆਂ ਦੀ ਕੋਈ ਐਂਟਰੀ ਵਗੈਰਾ ਨੋਟ ਨਹੀਂ ਹੁੰਦੀ? ਇਹ ਬੜਾ ਸੌਖਾ ਕੰਮ ਹੈ। ਇਹ ਤਾਂ ਜੇ ਇਨਵੈਸਟੀਗੇਸ਼ਨ ਇਸ ਪਾਸੇ ਨੂੰ ਤੋਰਨੀ ਹੋਵੇ, ਜਿਸ ਦਿਨ ਉਹ ਕਿਹਾ ਜਾ ਰਿਹਾ, ਜਿਸ ਦਿਨ ਸਰੂਪ 19 ਤਰੀਕ ਨੂੰ ਅਗਨ ਭੇਟ ਹੋਏ ਜੀ, ਤੇ ਜਿਹੜੀਆਂ ਗੋਇੰਦਵਾਲ ਗੱਡੀਆਂ ਗਈਆਂ ਬਿਨਾਂ ਆਰਡਰ ਤੋਂ ਗੱਡੀਆਂ ਨਹੀਂ ਜਾ ਸਕਦੀਆਂ ਜੀ। ਆਰਡਰ ਬੁੱਕ ਦੇ ਵਿੱਚ ਉਹਦਾ ਆਰਡਰ ਹੋਊਗਾ, ਆਰਡਰ ਬੁੱਕਾਂ ਤਲਬ ਕਰ ਲੈਣੀਆਂ ਚਾਹੀਦੀਆਂ ਜੀ। ਆਰਡਰ ਬੁੱਕਾਂ ਦੇ ਵਿੱਚ ਹੀ ਆਰਡਰ ਹੁੰਦਾ ਵੀ ਇਹਦੇ ਨਾਲ ਡਰਾਈਵਰ ਕਿਹੜਾ ਜਾਊਗਾ, ਅਧਿਕਾਰੀ ਕਿਹੜਾ ਜਾਊਗਾ ਜੀ, ਉਹ ਸਾਰਾ ਕੁਝ ਮਿਲ ਜਾਣਾ। ਕਿੰਨੀਆਂ ਗੱਡੀਆਂ ਗਈਆਂ, ਕਿੰਨੇ ਡਰਾਈਵਰ ਗਏ ਜੀ, ਕਿਹੜਾ ਅਧਿਕਾਰੀ ਨਾਲ ਗਿਆ, ਸਾਰਾ ਕੁਝ ਮਿਲ ਜਾਣਾ। ਔਰ ਸਾਹਿਬ ਇੱਕ ਆਖਰੀ ਕੁਐਸਚਨ ਹੈ ਮੇਰਾ। ਕੁਐਸਚਨ ਨਹੀਂ ਹੈ ਕਿ ਮੈਂ ਤੁਹਾਡੇ ਤੋਂ ਇੱਕ ਗੱਲ ਜਾਣਨੀ ਚਾਹੁੰਦਾ ਕਿ ਜਿਵੇਂ ਤੁਸੀਂ ਪੰਥਕ ਅਸੈਂਬਲੀ ਬਣਾਈ, ਇੱਕ ਬੜਾ ਵਧੀਆ ਉਪਰਾਲਾ ਸੀ ਜਿਹਦੇ ਵਿੱਚ ਦੂਰ ਦਰਾਡੇ ਤੋਂ ਸੂਝਵਾਨ ਲੋਕ ਇਕੱਠੇ ਕਰਕੇ ਬਿਠਾ ਦਿੱਤੇ, ਪਰ ਉਹ ਬਹੁਤੀ ਦੇਰ ਇਕੱਠੇ ਰਹੇ ਨਹੀਂ, ਸੂਝਵਾਨ ਲੋਕ ਇਕੱਠੇ ਨਹੀਂ ਰਹੇ ਬਹੁਤੀ ਦੇਰ। ਤਾਂ ਹੁਣ ਕੀ ਇਹੋ ਜਿਹਾ ਕੀ ਕੀਤਾ ਜਾ ਸਕਦਾ ਜਿਹਦੇ ਨਾਲ ਇਹ ਕੌਮ ਇਕੱਠੀ ਹੋਵੇ? ਕਿਉਂਕਿ ਮਸਲਾ ਹੁਣ ਸਿੱਖਾਂ ਦਾ ਨਹੀਂ, ਮੈਂ ਪਹਿਲਾਂ ਗੱਲ ਕਹਿ ਚੁੱਕਿਆ, ਗੱਲ ਸਰਬੱਤ ਦੇ ਭਲੇ ਦੀ, ਮਨੁੱਖਤਾ ਦਾ ਘਾਣ ਸਿੱਖ ਕਰ ਰਹੇ ਆ ਆਪਣੀਆਂ ਛੋਟੀਆਂ ਲੜਾਈਆਂ ਕਰਕੇ। ਤਾਂ ਹੁਣ ਅੱਗੇ ਤੁਹਾਡੇ ਕੋਲ ਪਲਾਨ ਕੀ ਹੈ? ਫਿਊਚਰ ਦੇ ਵਿੱਚ ਤੁਸੀਂ ਕੁਝ ਕਰਨਾ ਆ ਜਾਂ ਘਰੇ ਸਾਰਿਆਂ ਨੇ ਬੈਠੇ ਰਹਿਣਾ ਆ? ਦੇਖੋ, ਅਸੀਂ ਸਾਰਿਆਂ ਨੇ 4-5 ਜਣੇ ਸੀਗੇ, ਅਸੀਂ 4-5 ਨੇ ਸਲਾਹ ਕੀਤੀ ਸੀ। 4-5 ਜਣੇ ਕੌਣ ਸੀ? ਉਹਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਐਡਵੋਕੇਟ ਸੀ ਜੀ, ਆਪਣੇ ਕੰਵਰਪਾਲ ਬਿੱਟੂ ਜੀ ਸੀਗੇ, ਜਗਮੋਹਨ ਸਿੰਘ ਸੀਗੇ, ਜਗਮੋਹਨ ਸਿੰਘ ਟੋਨੀ, ਹਾਂਜੀ ਜੀ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸੀਗੇ, ਸਰਦਾਰ ਨਵਕਿਰਨ ਸਿੰਘ ਐਡਵੋਕੇਟ ਸੀ ਜੀ। ਅਸੀਂ ਬੈਠ ਕੇ ਇੱਕ ਪਲਾਨ ਕੀਤਾ ਸੀਗਾ ਵੀ ਕੌਮ ਇਕੱਠੀ ਨਹੀਂ ਹੋ ਰਹੀ ਜੀ, ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਭਰੋਸੇਯੋਗਤਾ ਖਤਮ ਹੋ ਗਈ ਜੀ, ਵੀ ਕਿਹੜਾ ਢੰਗ ਤਰੀਕਾ ਬਣਾਈਏ ਵੀ ਜਦੋਂ ਪੰਥਕ ਮਸਲੇ ਕੋਈ ਖੜੇ ਹੋਣ ਤੇ ਕੌਮ ਇਕੱਠੀ ਹੋ ਕੇ ਉਹਦੇ ਤੇ ਕੋਈ ਰਿਐਕਟ ਕਰੇ ਜੀ। ਉਹ ਸੋਚ ਦੇ ਵਿੱਚੋਂ ਅਸੀਂ ਇਹ ਪੰਥਕ ਅਸੈਂਬਲੀ ਬਣਾਈ ਸੀ ਜੀ। ਉਹਦੇ ਵਿੱਚ ਕੋਸ਼ਿਸ਼ ਇਹ ਸੀ ਵੀ ਬੇਸ਼ੱਕ ਧੜੇ ਵੱਖ-ਵੱਖ ਹੋਣ, ਪਾਰਟੀਆਂ ਵੱਖ-ਵੱਖ ਹੋਣ, ਗਰੁੱਪ ਵੱਖ-ਵੱਖ ਹੋਣ, ਇਹਨਾਂ ਨੂੰ ਇਕੱਠੇ ਬੈਠਣ ਦੀ ਆਦਤ ਪਵੇ ਜੀ। ਇਹ ਇਕੱਠੇ ਬੈਠਣ ਤੇ ਜਦੋਂ ਕੌਮ ਤੇ ਕੋਈ ਸੰਕਟ ਹੋਵੇ, ਬੇਸ਼ੱਕ ਕੋਈ ਕਨਫੈਡਰੇਸ਼ਨ ਬਣਾ ਲੈਣ, ਆਪਣੇ ਧੜੇ ਵੀ ਰੱਖਣ ਜੀ, ਤੇ ਕੌਮ ਨੂੰ ਜਿਹੜੇ ਦਰਪੇਸ਼ ਮਸਲੇ ਆ ਉਹਨਾਂ ਨੂੰ ਐਡਰੈਸ ਕਰਨ ਜੀ, ਲੋਕ ਭਾਵਨਾ ਦੇ ਨਾਲ, ਜਦੋਂ ਤੱਕ ਇਹ ਸਾਰਾ ਸਿਸਟਮ ਰਿਵਾਈਵ ਨਹੀਂ ਹੋ ਜਾਂਦਾ ਜੀ। ਉਹ ਰਿਸਪੌਂਸ ਵੀ ਬੜਾ ਵਧੀਆ ਸੀ, ਦੂਜੀ ਵੀ ਵਧੀਆ ਹੋ ਗਈ, ਤੇ ਹੁਣ ਮਨ ਬਣਦਾ ਵੀ ਹੈ ਵੀ ਤੀਜੀ ਵੀ ਕਰਾਂਗੇ ਜੀ। ਜਿਹੜੀ ਤੁਸੀਂ ਕਹਿੰਦੇ ਹੋ ਕੋਈ ਬੁੱਧੀਜੀਵੀ ਘਰ ਨਹੀਂ ਗਿਆ, ਸਾਰੇ ਸੰਪਰਕ 'ਚ ਇੱਕ ਦੂਜੇ ਦੇ ਜੀ। ਰੋਜ਼ ਅਸੀਂ ਡਿਸਕਸ਼ਨ ਕਰਦੇ ਹਾਂ ਜਿਹੜੇ ਮਸਲੇ। ਡਿਸਕਸ਼ਨਾਂ ਕਿੰਨੀਆਂ ਹੋਣਗੀਆਂ? ਕਿੰਨੇ ਸਾਲ ਤੋਂ ਆਪਾਂ ਡਿਸਕਸ਼ਨ ਹੀ ਕਰ ਰਹੇ ਹਾਂ। ਉਹਦੇ 'ਚ ਕਮੀਆਂ ਇਦਾਂ ਹੋ ਜਾਂਦੀਆਂ। ਦੇਖੋ, ਇੱਕ ਤਾਂ ਜਦੋਂ ਕੋਈ ਸਰਬ ਸਾਂਝਾ ਲੀਡਰ ਨਾ ਹੋਵੇ ਨਾ ਜੀ, ਉਸ ਵੇਲੇ ਪ੍ਰੋਬਲਮਸ ਹੁੰਦੀਆਂ ਜੀ। ਸਾਡਾ ਕਨਸੈਪਟ ਇਹ ਸੀ ਵੀ ਤੁਸੀਂ ਆਪਣੀਆਂ ਜਥੇਬੰਦੀਆਂ ਵੀ ਭੰਗ ਨਾ ਕਰੋ, ਪਰੰਤੂ ਇੱਕ ਕਨਫੈਡਰੇਸ਼ਨ ਬਣਾ ਲਓ। ਕਨਫੈਡਰੇਸ਼ਨ ਬਣਾਈ ਸੀ, ਹੁਣ ਇਹਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਨਫੈਡਰੇਸ਼ਨ ਦੀ ਮੀਟਿੰਗ ਬੁਲਾਈ ਜੀ, ਉਹਨਾਂ ਕੋਲ ਸੁਝਾਅ ਲੈ ਕੇ ਅਗਲਾ ਪ੍ਰਬੰਧ ਕੀ ਹੋ ਸਕਦਾ ਉਹ ਕਰੀ ਜੀ। ਦਰਅਸਲ ਗੱਲ ਇਹ ਹੈ ਬਈ ਬਹੁਤੇ ਲੋਕਾਂ ਦੀ ਪੰਥਕ ਇੱਛਾ ਘੱਟ ਹੈ, ਰਾਜਸੀ ਚਾਹਤ ਵੱਧ ਹੁੰਦੀ ਹੈ ਜੀ। ਬਿਲਕੁਲ ਗੱਲ ਸਹੀ ਹੈ, ਕਿਉਂਕਿ ਪੰਥ ਦੀ ਖਾਤਰ ਤਾਂ ਕੁਰਬਾਨ ਹੋਣਾ ਪੈਂਦਾ। ਰਾਜਸੀ ਸੱਤਾ ਜਿਹੜੀ ਦੀ ਭੁੱਖ ਆ, ਇਹਦੇ ਲਈ ਬੰਦਾ ਆਪਣਿਆਂ ਨਾਲ ਵੀ ਧੋਖਾ ਕਰ ਜਾਂਦਾ ਬਿਲਕੁਲ, ਤੇ ਉਹਦੇ 'ਚ ਕੋਈ ਨੁਕਸਾਨ ਨਹੀਂ ਹੋਇਆ, ਉਹਦਾ ਫਾਇਦਾ ਹੀ ਹੋਇਆ। ਅਸੀਂ ਕੌਮ ਨੂੰ ਬੈਠ ਕੇ ਦੇਖੋ, ਅਸੀਂ ਜੋ ਸਾਰਾ ਉਸ ਵੇਲੇ ਘਟਨਾਕ੍ਰਮ ਹੋਇਆ ਉਹਦਾ ਇੱਕ ਡਾਕੂਮੈਂਟ ਬਣਾਇਆ, ਉਹਨੂੰ ਕੱਚਾ ਚਿੱਠਾ ਕਿਹਾ ਸੀ ਜੀ। ਮੈਂ ਪੜ੍ਹਿਆ ਹੋਇਆ ਕੱਚਾ ਚਿੱਠਾ ਅਸੀਂ ਵੰਡਿਆ ਸਾਰੇ। ਫਿਰ ਅਸੀਂ ਜਿਹੜਾ ਦੂਜਾ ਐਲਾਨ, ਦੂਜੀ ਅਸੈਂਬਲੀ ਕੀਤੀ, ਉਹਦਾ ਐਲਾਨਨਾਮਾ ਡਿਕਲੇਅਰ ਕੀਤਾ ਜੀ। ਉਹ ਸਾਰਾ ਪ੍ਰੋਗਰਾਮ ਰੱਖਿਆ ਕੌਮ ਦੇ ਸਾਹਮਣੇ, ਤੇ ਉਹ ਪ੍ਰੋਸੈਸ ਚੱਲ ਰਿਹਾ। ਭੌਰ ਸਾਹਿਬ, ਐ ਨਹੀਂ ਹੋ ਸਕਦਾ ਕਿ ਜਿਵੇਂ ਸਿਆਣੇ ਬੰਦੇ ਇਕੱਠੇ ਹੋ ਕੇ ਬੈਠਣ, ਉਹ ਚੋਣਾਂ ਨਾ ਲੜਨ ਤੇ 5-7 ਜਿੰਨੇ ਵੀ 11 ਮੈਂਬਰੀ ਕਮੇਟੀ ਕੋਈ ਬਣੇ, ਫਿਰ ਉਹ ਕੈਂਡੀਡੇਟ ਐਲਾਨੇ ਸ਼੍ਰੋਮਣੀ ਕਮੇਟੀ ਦੇ ਵੀ ਤੇ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ ਵੀ ਜਿਵੇਂ ਆਪਣੇ ਕੈਂਡੀਡੇਟ ਐਲਾਨੇ ਜਾਣ। ਇਹ ਇਦਾਂ ਦਾ ਸੋਲੂਸ਼ਨ ਕਿਉਂ ਨਹੀਂ ਕੀਤਾ ਜਾਂਦਾ? ਡਿਸਕਸ਼ਨ ਨਾਲ ਕੋਈ ਮਸਲਾ ਹੁਣ ਬਹੁਤਾ ਹੱਲ ਨਹੀਂ ਹੋਣਾ, ਤਾਂ ਕੰਮ ਪ੍ਰੈਕਟੀਕਲ ਕਰਨ ਦੀ ਲੋੜ ਆ। ਦੇਖੋ, ਮੈਂ ਇਹ ਸੁਝਾਅ ਜਿੰਨੇ ਬਾਦਲ ਸਾਹਿਬ ਨਾਲੋਂ ਅਲੱਗ ਹੋਏ ਧੜੇ ਆ ਸਾਰਿਆਂ ਨੂੰ ਦਿੱਤਾ ਸੀ ਜੀ।
ਔਰ ਮੈਂ ਸਭ ਤੋਂ ਪਹਿਲਾਂ ਕਰਨ ਲਈ ਤਿਆਰ ਜੀ ਬਈ ਜਿਹੜੇ ਅਸੀਂ ਹੁਣ ਪਿੱਛੇ ਬੈਠ ਕੇ ਕੰਮ ਕਰ ਸਕਦੇ ਹਾਂ ਜੀ, ਆਪਣੇ ਤਜਰਬੇ ਦੇ ਨਾਲ ਬੱਚਿਆਂ ਨੂੰ ਅੱਗੇ ਨਵੀਂ ਲੀਡਰਸ਼ਿਪ ਡਿਵੈਲਪ ਕਰੀਏ ਜੀ। ਤੇ ਮੈਂ ਇਹ ਕਿਹਾ ਸੀ ਵੀ ਕਿਸੇ ਨੇ ਤੁਸੀਂ 50 ਸਾਲ ਰਾਜਨੀਤੀ ਕਰ ਲਈ, ਕਿਸੇ ਨੇ 40 ਸਾਲ ਕਰ ਲਈ, ਜੀ ਤੇ ਹੁਣ ਤਾਂ ਆਪਾਂ ਇਹ ਕਰੀਏ ਵੀ ਆਪਾਂ ਆਰਗੇਨਾਈਜ਼ ਕਰਕੇ ਦਈਏ ਕੰਮ, ਨਵੇਂ ਬੱਚੇ ਬੱਚੀਆਂ ਕਰਨ ਅੱਗੇ ਆ ਕੇ ਸਾਹਮਣੇ, ਨਵੀਆਂ ਪ੍ਰਤਿਭਾਵਾਂ ਨਵੀਆਂ ਸੰਭਾਵਨਾਵਾਂ ਨੂੰ ਮੂਹਰੇ ਲਿਆਂਦਾ ਜਾਵੇ। ਪਰਖਿਆਂ ਨੂੰ ਬਾਰ-ਬਾਰ ਲੋਕ ਪਰਖੀ ਜਾਂਦੇ ਆ, ਹੁਣ ਕੀ ਕਰਾਂਗੇ? ਡੈਫੀਨਿਟਲੀ ਕਦੀ ਇਸ ਧੜੇ 'ਚ ਪਰਖ ਲੈਂਦੇ, ਕਦੀ ਇਸ ਧੜੇ, ਬੰਦੇ ਉਹੀ ਆ ਰੋਲਿੰਗ ਸਟੋਨ ਵਾਂਗਰ, ਕਦੀ ਇੱਧਰ ਚਲੇ ਜਾਂਦੇ ਕਦੀ ਇੱਧਰ ਚਲੇ ਜਾਂਦੇ। ਹਾਂਜੀ ਹਾਂਜੀ, ਇਹ ਗੱਲ ਖਤਮ ਹੋ ਕੇ ਹਾਂਜੀ ਹਾਂਜੀ, ਚਲੋ ਉਹਨਾਂ ਦਾ ਤਜਰਬਾ ਹੈਗਾ, ਉਹ ਤਿਆਗ ਕਰਨ, ਉਹ ਕਹਿਣ ਵੀ ਅਸੀਂ ਨਹੀਂ ਲੜਾਂਗੇ, ਨਵੀਆਂ ਸੰਭਾਵਨਾਵਾਂ ਨਵੇਂ ਬੱਚੇ ਬੱਚੀਆਂ ਨੂੰ ਸਾਹਮਣੇ ਲਿਆਂਦਾ ਜਾਵੇ ਜੀ, ਨਵੀਂ ਲੀਡਰਸ਼ਿਪ ਡਿਵੈਲਪ ਕੀਤੀ ਜਾਵੇ ਜੀ। ਕਿਉਂਕਿ ਪੰਜਾਬ ਦੇ ਵਿੱਚ ਰਾਜਨੀਤਿਕ ਖਲਾਅ ਆ, ਪੰਜਾਬ ਦੀਆਂ ਮੌਜੂਦਾ ਰਾਜਨੀਤਿਕ ਪਾਰਟੀਆਂ ਨਾ ਪੰਜਾਬ ਦੀ ਗੱਲ ਕਰ ਰਹੀਆਂ ਨਾ ਪੰਥ ਦੀ ਗੱਲ ਕਰ ਰਹੀਆਂ। ਬਿਲਕੁਲ ਡੈਫੀਨਿਟਲੀ ਉਹਦੀ ਪੂਰਤੀ ਦੇ ਲਈ ਇਦਾਂ ਦਾ ਯਤਨ ਜ਼ਰੂਰ ਹੋਣਾ ਚਾਹੀਦਾ। ਆਖਰੀ ਮੈਂ ਗੱਲ ਕਰਦਾ ਕਿ ਤੁਸੀਂ ਲੋਕਾਂ ਨੂੰ ਕੀ ਅਪੀਲ ਕਰੋਗੇ ਜੇ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ, ਕੋਈ ਸੋਲੂਸ਼ਨ ਨਹੀਂ ਨਿਕਲ ਰਿਹਾ, ਤਾਂ ਲੋਕ ਕਿਹੋ ਜਿਹਾ ਕਿਸ ਕਿਸਮ ਦਾ ਦਬਾਅ ਬਣਾ ਸਕਦੇ ਆ ਤਾਂ ਕਿ ਜਾਂ ਤਾਂ ਇਹ ਲੋਕ ਪੰਥਕ ਸਭਾ ਤੋਂ ਪਰੇ ਹੋ ਜਾਣ ਜਾਂ ਉਹ ਕੋਈ ਸੋਲੂਸ਼ਨ ਕੱਢ ਕੇ ਦੇਣ? ਦੇਖੋ, ਲੋਕ ਤਾਂ ਹਰ ਵਾਰੀ ਫੈਸਲੇ ਕਰ ਦਿੰਦੇ ਆ, ਜਿੰਨੀਆਂ ਜਥੇਬੰਦੀਆਂ ਹੈਗੀਆਂ ਇਸ ਵੇਲੇ ਐਗਜ਼ਿਸਟ ਕਰਦੀਆਂ ਪੰਥ ਵਿੱਚ, ਤੇ ਨਿਰਣਾ ਤਾਂ ਵੋਟਾਂ ਤੇ ਹੀ ਹੁੰਦਾ ਨਾ ਜੀ। ਉਹ ਬਹੁਤੀਆਂ ਸ਼੍ਰੋਮਣੀ ਕਮੇਟੀ 'ਚ ਵੀ ਕਾਮਯਾਬ ਨਹੀਂ ਹੁੰਦੀਆਂ, ਅਸੈਂਬਲੀ 'ਚ ਵੀ ਨਹੀਂ ਕਾਮਯਾਬ ਹੁੰਦੀ। ਜੀ ਜੀ ਜੀ, ਉਹ ਤਾਂ ਜਥੇਬੰਦੀਆਂ ਰਹਿ ਜਾਂਦੀਆਂ ਜੀ, ਤੇ ਉਹ ਕਾਮਯਾਬੀ ਤਾਂ ਉਹਨਾਂ ਨੂੰ ਨਾ ਬਹੁਤੀ ਸ਼੍ਰੋਮਣੀ ਕਮੇਟੀ 'ਚ ਮਿਲਦੀ ਆ ਨਾ ਦੂਜੇ ਪਾਸੇ ਮਿਲਦੀ ਆ। ਜੀ। ਵੈਸੇ ਅਸਲ ਗੱਲ ਇਹ ਹੈ ਵੀ ਜੋ ਹਾਲਾਤ ਜਿਹੋ ਜਿਹੇ ਬਣੇ ਹੋਏ ਆ, ਮੈਂ ਇਹ ਮਹਿਸੂਸ ਕਰਦਾ ਵੀ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਪਾਰਟੀ ਦੀ ਲੋੜ ਹੈ ਜੀ, ਉਸ ਵੱਲ ਨੂੰ ਕਦਮ ਵਧਣੇ ਚਾਹੀਦੇ ਆ ਜੀ। ਔਰ ਉਹ ਪਾਰਟੀ ਜਿਵੇਂ ਆਨੰਦਪੁਰ ਸਾਹਿਬ ਦਾ ਮਤਾ ਇੱਕ ਡੈਕਲੇਰੇਸ਼ਨ ਸੀ ਜੀ, ਇੱਦਾਂ ਪਹਿਲਾਂ ਡਿਕਲੇਅਰ ਕਰੇ ਜੀ, ਵੀ ਸਾਡਾ ਰਾਜਸੀ ਪ੍ਰੋਗਰਾਮ ਆ ਹੋਊਗਾ, ਸਾਡਾ ਆਰਥਿਕ ਪ੍ਰੋਗਰਾਮ ਆ ਹੋਏਗਾ, ਜੀ, ਸਾਡਾ ਵਿਦਿਅਕ ਪ੍ਰੋਗਰਾਮ ਆ ਹੋਏਗਾ, ਸੋਸ਼ਲ ਸਿਕਿਉਰਿਟੀ ਤੇ ਅਸੀਂ ਆ ਕਰਾਂਗੇ, ਹੈਲਥ ਸਿਸਟਮ ਨੂੰ ਇਦਾਂ ਕਰਾਂਗੇ। ਜੀ। ਉਹ ਏਜੰਡਾ ਫਲੋਟ ਕਰਕੇ ਸੰਗਤ ਦੀ ਮੋਹਰ ਲਵਾ ਕੇ ਫਿਰ ਉਸ ਏਜੰਡੇ ਤੇ ਕੰਮ ਕਰਨ ਵਾਲੇ ਲੋਕ ਇਕੱਠੇ ਹੋਣ, ਜੀ, ਫਿਰ ਹੋ ਸਕਦਾ ਕੋਈ ਥੋੜਾ ਜਿਹਾ ਸਥਾਈ ਬਣ ਜੇ। ਪੌਰ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਗੱਲ ਤਾਂ ਇਹਨਾਂ ਦੀ ਬਿਲਕੁਲ ਸਿਆਣੀ ਹੈ ਔਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਆਪਸ ਦੇ ਵਿੱਚ ਬਣੇ ਹੋਏ ਨੇ ਉਹ 4-5 ਜਣੇ ਹੁੰਦੇ ਨੇ, ਇੱਕੋ ਗੱਡੀ 'ਚ ਸਾਰੇ ਪੂਰੇ ਆ ਜਾਂਦੇ ਨੇ, ਪਰ ਉਹ ਰੌਲਾ ਬਹੁਤ ਪਾਉਂਦੇ ਆ ਪੰਜਾਬ ਲੈਵਲ ਦੇ ਉੱਪਰ ਵੀ ਸਾਰਾ ਪੰਥ ਜਾਂ ਪੰਜਾਬ ਅਸੀਂ ਸਾਂਭ ਰਹੇ ਹਾਂ। ਔਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜਿੰਨੀਆਂ ਵੀ ਧਿਰਾਂ ਨੇ, ਕਿਸੇ ਇੱਕ ਵੀ ਧਿਰ ਦਾ ਸ਼ਾਇਦ ਹੀ ਕੋਈ ਪੰਜਾਬ ਦੇ ਵਿੱਚ ਇੱਕ ਪੰਚ ਵੀ ਜਿੱਤਿਆ ਹੋਵੇ ਪਿਛਲੇ ਕਈ ਸਾਲਾਂ ਤੋਂ। ਇਹ ਬੜੀ ਨਮੋਸ਼ੀ ਦੀ ਤੇ ਸ਼ਰਮ ਵਾਲੀ ਗੱਲ ਇਹਨਾਂ ਲੋਕਾਂ ਲਈ ਹੈਗੀ ਔਰ ਹਲੇ ਵੀ ਸਿੱਖਾਂ ਨੂੰ ਇਕੱਠਿਆਂ ਨਹੀਂ ਹੋਣ ਦੇ ਰਹੇ। ਲੜਾਈ ਇਹਨਾਂ ਲੋਕਾਂ ਦੀ ਹੈ ਔਰ ਬੜਾ ਇੱਕ ਦੁਖਦਾਈ ਪੱਖ ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਸਟਾਰਟਿੰਗ ਵਿੱਚ ਹੀ ਰੌਲਾ ਪਾ ਦਿੱਤਾ ਗਿਆ ਕਿ ਮੂਲ ਮੰਤਰ ਇੱਥੇ ਤੱਕ ਨਹੀਂ, ਇੱਥੇ ਤੱਕ ਆ। ਸਮਾਪਤੀ ਕਰਦੇ ਆ ਤਾਂ ਉੱਥੇ ਰਾਗਮਾਲ ਦਾ ਰੌਲਾ ਪੈ ਜਾਂਦਾ ਵੀ ਕੋਈ ਕੰਮ ਚਾਹੀਦਾ ਵੀ ਆਪਾਂ ਕਰਦੇ ਨੇ, ਉਹਦੀ ਸਟਾਰਟਿੰਗ ਵਿੱਚ ਹੀ ਰੌਲਾ ਪਏ ਤੇ ਜਦੋਂ ਸਮਾਪਤੀ ਕਰਦੇ ਆ ਉੱਥੇ ਵੀ ਰੌਲਾ ਪਏ ਤਾਂ ਉਹਦਾ ਨਤੀਜਾ ਤੁਸੀਂ ਦੇਖ ਲਓ ਕੀ ਨਿਕਲ ਸਕਦਾ। ਇਹ ਰੌਲੇ ਸਾਡੇ ਲੀਡਰਾਂ ਨੇ, ਡੇਰੇਦਾਰਾਂ ਨੇ ਤੇ ਜਥੇਬੰਦੀਆਂ ਵਾਲੇ ਨੇ ਪਾਏ ਹੋਏ ਨੇ। ਸਿੱਖਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਕਮੀ ਹੈਗੀ। ਸਿੱਖਾਂ ਨੇ ਹਰ ਇੱਕ ਜਥੇਬੰਦੀ ਦਾ ਜਦੋਂ ਆਵਾਜ਼ ਪਈ ਆ ਸਭ ਦਾ ਸਾਥ ਦਿੱਤਾ ਆ। ਬਰਗਾੜੀ ਵੀ ਪਹੁੰਚੇ, ਸੁਖਪਾਲ ਸਿੰਘ ਖਹਿਰਾ ਦੇ ਪਿੱਛੇ ਵੀ ਹੁਮ-ਹੁਮਾ ਕੇ ਪਹੁੰਚੇ ਆ ਤੇ ਸਿਮਰਜੀਤ ਸਿੰਘ ਮਾਨ ਨੂੰ ਵੀ ਬੜੀ ਵਾਰੀ ਲੋਕਾਂ ਨੇ ਪਰਖਿਆ ਹੋਇਆ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੰਥ ਦੇ ਨਾਂ ਤੇ ਬਥੇਰੀਆਂ ਵੋਟਾਂ ਲੈ ਲਈਆਂ। ਤਾਂ ਇਹ ਸਾਰਾ ਕੁਝ ਕੀਤਾ ਗਿਆ, ਲੋਕਾਂ ਨੇ ਭਾਵੁਕ ਹੋ ਕੇ ਜਾਨਾਂ ਵੀ ਦਿੱਤੀਆਂ, ਵੋਟਾਂ ਵੀ ਦਿੱਤੀਆਂ, ਪਰ ਅਖੀਰ ਦੇ ਵਿੱਚ ਉਹਨਾਂ ਦੀ ਝੋਲੀ ਨਮੋਸ਼ੀ ਪਈ ਆ। ਹੁਣ ਸਿੱਖਾਂ ਨੂੰ ਆਪ ਹੀ ਫੈਸਲਾ ਕਰਨਾ ਪਏਗਾ ਕਿ ਉਹ ਕਿਸ ਕਿਸਮ ਦੀ ਲੀਡਰਸ਼ਿਪ ਚਾਹੁੰਦੇ ਔਰ ਡਟ ਕੇ ਉਸ ਚੀਜ਼ ਦੇ ਉੱਪਰ ਨਿਰਣਾ ਕਰ ਲੈਣ ਔਰ ਜਿਹੜੇ ਆਗੂ ਨੇ ਉਹਨਾਂ ਦੇ ਉੱਪਰ ਵੀ ਦਬਾਅ ਪਾਇਆ ਜਾਵੇ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਸੋਲੂਸ਼ਨ ਕਰਕੇ ਦਿੱਤੇ ਜਾਣ। ਸਾਨੂੰ ਦਿਓ ਇਜਾਜ਼ਤ, ਧੰਨਵਾਦ।